हाँ जी बच्चे, सो ਅੱਜ ਆਪਾਂ ਆਪਣੀ ਬਾਇਓ ਦਾ ਨੈਕਸਟ ਟੌਪਿਕ ਯਾਨੀ ਕਿ ਹੈਲਥ ਐਂਡ ਡਿਜ਼ੀਜ਼ ਨਾਮ ਦੇ ਫੋਲਡਰ ਦਾ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ, ਦੈਟ ਇਜ਼ ਟਰਾਂਸਫੈਟਸ। ਠੀਕ ਆ, ਆਪਣੇ ਆਪ 'ਚ ਬਿਲਕੁਲ ਇੰਡੀਪੈਂਡੈਂਟ ਟੌਪਿਕ ਆ। ਟਰਾਂਸਫੈਟ ਕੀ ਹੁੰਦੇ ਆ, ਸੈਚੂਰੇਟਡ ਤੇ ਅਨਸੈਚੂਰੇਟਡ ਫੈਟਸ ਕੀ ਹੁੰਦੇ ਆ। ਠੀਕ ਆ, ਤੇ ਇੱਕ ਹਿੱਸਾ ਇਹਦਾ ਬਸ ਇਹ ਕਹਿ ਸਕਦਾ ਕਿ ਤੁਹਾਨੂੰ ਇਹਨੂੰ ਸਮਝਣ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਉਹਦੀ ਇੱਕ ਵਜ੍ਹਾ ਹੈ ਕਿ ਜੇ ਮੈਂ ਇਹਦੇ 'ਚ ਕਿਤੇ ਵੀ ਆਪਣੇ ਲੀਵਰ ਜਿਗਰ ਦੀ ਗੱਲ ਕਰਾਂ ਤਾਂ ਓਬਵੀਅਸ ਜੀ ਗੱਲ ਆ ਕਿ ਤੁਹਾਨੂੰ ਉਹ ਟਰਮਾਂ ਪਤਾ ਹੋਣਗੀਆਂ। ਠੀਕ ਆ, ਡਾਈਜੈਸਟਿਵ ਸਿਸਟਮ ਜਿਹੜਾ ਹੈ, ਪਾਚਨ ਤੰਤਰ ਆ, ਤੁਸੀਂ ਉਹ ਪੜ੍ਹਿਆ ਹੋਇਆ ਹੈ, ਤਾਂ ਤੁਹਾਨੂੰ ਟਰਾਂਸਫੈਟਸ ਨੂੰ ਸਮਝਣ 'ਚ ਕੋਈ ਦਿੱਕਤ ਨਹੀਂ ਆਊਗੀ। ਸਾਡੇ ਸਰੀਰ 'ਤੇ ਇਹਦਾ ਕੀ ਇੰਪੈਕਟ ਆ, ਕੋਲੈਸਟਰੋਲ ਕੀ ਹੁੰਦਾ ਹੈ। ਠੀਕ ਆ, ਤੇ LDL ਕੋਲੈਸਟਰੋਲ ਤੇ HDL ਕੋਲੈਸਟਰੋਲ ਜਿਹੜਾ ਹੈ ਉਹ ਬੇਸਿਕਲੀ ਕੀ ਆ, ਤਾਂ ਅੱਜ ਅਸੀਂ ਉਹਨੂੰ ਸਾਰਾ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਹਦੇ ਨਾਲ ਕੀ ਆ, ਸਾਨੂੰ ਇੱਕ ਸਮਝ ਆ ਜਾਊਗਾ ਕਿ ਕਿਸ ਤਰੀਕੇ ਨਾਲ ਸਾਡੀਆਂ ਕਾਰਡੀਵੈਸਕੂਲਰ ਡਿਜ਼ੀਜ਼, ਮਤਲਬ ਕਿ ਸਾਡੇ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ, ਠੀਕ ਆ, ਚਾਹੇ ਉਹ ਹਾਰਟ ਅਟੈਕ ਹੋਵੇ, ਠੀਕ ਆ, ਚਾਹੇ ਸਟ੍ਰੋਕ, ਕੁਛ ਵੀ ਹੋਵੇ, ਤਾਂ ਉਹ ਕਿਸ ਤਰੀਕੇ ਨਾਲ ਇਹਦੇ ਨਾਲ ਸੰਬੰਧਿਤ ਨੇ। ਤਾਂ ਸਾਡੀ ਰੋਜ਼ ਦੀ ਜ਼ਿੰਦਗੀ 'ਚ ਕੀ ਫਰਕ ਪੈ ਸਕਦਾ ਹੈ ਜੇ ਅਸੀਂ ਇਸ ਲੈਕਚਰ ਨੂੰ ਸਮਝਦੇ ਹਾਂ। ਅਤੇ ਕਰੰਟ ਅਫੇਅਰਸ ਇਹ ਆ ਕਿ WHO ਨੇ ਜਨਵਰੀ ਜਾਂ ਫਰਵਰੀ 2023 'ਚ ਟਰਾਂਸਫੈਟਸ 'ਤੇ ਬੜੀ ਸ਼ੌਕਿੰਗ ਰਿਪੋਰਟ ਦਿੱਤੀ ਆ। ਭਾਰਤ ਸਰਕਾਰ ਦੀ ਇੱਕ ਕੋਸ਼ਿਸ਼ ਜ਼ਰੂਰ ਸੀ 2017-18 ਤੋਂ ਕਿ ਅਸੀਂ ਆਪਣੇ ਭੋਜਨ 'ਚੋਂ ਟਰਾਂਸਫੈਟਸ ਕੱਢ ਦਈਏ। ਠੀਕ ਆ, ਪਰ ਵੱਧ ਰਿਹਾ ਰੈਸਟੋਰੈਂਟਾਂ ਦਾ ਟਰੈਂਡ ਜਿਹੜਾ ਹੈ, ਠੀਕ ਆ, ਉਹ ਅਤੇ ਟਰਾਂਸਫੈਟਸ ਦੀ ਲਗਾਤਾਰ ਵਰਤੋਂ ਵੱਧ ਰਹੀ ਆ ਸਾਡੇ, ਸਪੈਸ਼ਲੀ ਸਾਡੇ ਅਰਬਨ ਏਰੀਆਜ਼ ਦੇ ਵਿੱਚ। ਸਾਨੂੰ ਬੜੇ ਕੁਇੱਕ ਫੂਡਸ ਚਾਹੀਦੇ ਆ, ਮਤਲਬ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਵੇ ਤਾਂ ਅਸੀਂ ਫਰੈਸ਼ 'ਚ ਸਮੋਸੇ ਜਾਂ ਕੁਛ ਬਣਾ ਕੇ ਉਹਨਾਂ ਨੂੰ ਖਵਾਈਏ। ਤਾਂ ਉਹਦੇ ਚੱਕਰ 'ਚ ਅਸੀਂ ਜੋ ਕਹਿ ਲਓ ਕਿ ਫਰੀਜ਼ਡ ਜਾਂ ਸਮਾਨ ਲੈ ਕੇ ਆਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਘਰ ਫਰਾਈ ਕਰ ਲੈਂਦੇ ਹਾਂ। ਠੀਕ ਆ, ਉੱਥੇ ਟਰਾਂਸਫੈਟਸ ਦਾ ਕੀ ਰੋਲ ਆ, ਕਿੰਨੇ ਕੁ ਲੋਕ ਇੱਕ ਸਾਲ 'ਚ ਇਹਨਾਂ ਟਰਾਂਸਫੈਟਸ ਕਰਕੇ ਰੱਬ ਨੂੰ ਪਿਆਰੇ ਹੋ ਗਏ, ਸਭ ਕੁਝ ਦੇਖਾਂਗੇ। ਸੋ ਇਹ ਆ ਟਰਾਂਸਫੈਟਸ ਦਾ ਕਨਸੈਪਟ। ਤੋਂ ਸਭ ਤੋਂ ਪਹਿਲਾਂ ਬੇਸਿਕਲੀ ਸਾਨੂੰ ਥੋੜ੍ਹਾ ਜਿਹਾ ਸਮਝ ਆਉਣਾ ਚਾਹੀਦਾ ਹੈ ਕਿ ਬੇਸਿਕਲੀ ਇਹ ਅਨਸੈਚੂਰੇਟਡ ਫੈਟੀ ਐਸਿਡ ਹੁੰਦੇ ਆ। ਹੁਣ ਇੱਕ ਸ਼ਬਦ ਆ, ਪਹਿਲੀ ਗੱਲ ਇਹ ਆ ਕਿ ਇਸ ਚੈਪਟਰ ਨੂੰ ਪੜ੍ਹਦੇ ਹੋਏ ਥੋੜ੍ਹੀ ਕੈਮਿਸਟਰੀ ਅਤੇ ਬਾਇਓ ਆਊਗੀ, ਪਰ ਇੰਨੀ ਟੈਨਸ਼ਨ ਦੀ ਲੈਣ ਦੀ ਲੋੜ ਨਹੀਂ। ਜਿਹੜੇ ਬੰਦੇ ਨੇ 10ਵੀਂ ਤੱਕ ਸਾਇੰਸ ਪੜ੍ਹੀ ਆ ਉਹਨੂੰ ਕਿ ਤਾਂ ਮੈਂ ਸਮਝਾ ਦੂੰਗਾ, ਜਿਹਨੇ ਹੁਣ ਸੌਂ ਹੀ ਖਾ ਲਈ ਕਿ ਮੈਨੂੰ ਸਮਝਾ ਕੇ ਦਿਖਾ, ਉਹਦਾ ਕੋਈ ਇਲਾਜ ਨਹੀਂ। ਠੀਕ ਆ, ਅਦਰਵਾਈਜ਼ ਹਰ ਇੱਕ ਨੂੰ ਸਮਝ ਆ ਜੂਗੀ ਜੋ ਮੈਂ ਜਿੰਨੀ ਕੁ ਸਰਲ ਭਾਸ਼ਾ 'ਚ ਇਹਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ। ਆਪਣੇ ਆਪ 'ਚ ਅਨਸੈਚੂਰੇਟਡ ਫੈਟੀ ਐਸਿਡਸ ਹੁੰਦੇ ਆ ਜਿਹੜੇ ਕੁਦਰਤੀ ਵੀ ਤੌਰ 'ਤੇ ਅਤੇ ਜ਼ਿਆਦਾਤਰ ਇਹ ਉਦਯੋਗਿਕ ਤਰੀਕੇ ਨਾਲ, ਇੰਡਸਟਰੀਅਲ ਤਰੀਕੇ ਨਾਲ ਬਣੇ ਹੋਏ ਆ। ਤੁਸੀਂ ਕਿਤੇ ਵੀ ਫਰੋਜ਼ਨ ਖਾਣੇ ਜਿਹੜੇ ਫਰਾਈਡ ਕਰਕੇ ਅਸੀਂ ਖਾਣੇ ਹੁੰਦੇ ਆ, ਚਿਪਸ ਤੋਂ ਲੈ ਕੇ ਬੇਕਡ ਕੇਕਸ ਤੱਕ, ਇਹ ਸਭ ਟਰਾਂਸਫੈਟਸ ਦਾ ਸ਼ਿਕਾਰ ਆ। ਜਾਂ ਇਸ ਤੋਂ ਵੱਧ ਹੋਰ ਚੀਜ਼ ਹੈ ਜਿਹੜੀ ਜਿਹਦੇ 'ਚ ਟਰਾਂਸਫੈਟਸ ਬਹੁਤ ਮਿਲਦਾ ਹੈ। 90% ਸਾਡੇ ਰੈਸਟੋਰੈਂਟਾਂ ਦੇ ਖਾਣੇ, ਜਦੋਂ ਸਾਡੇ ਫਸਾਈ ਵਾਲੇ ਫੂਡ ਸੇਫਟੀ ਐਂਡ ਸਟੈਂਡਰਡਾਈਜੇਸ਼ਨ ਅਥਾਰਟੀ ਆਫ ਇੰਡੀਆ, ਫਸਾਈ ਭਾਰਤ ਦੇ ਵਿੱਚ ਇੱਕ ਸੰਸਥਾ ਹੈ ਜਿਨ੍ਹਾਂ ਦੇ ਸਟਿੱਕਰ ਹਰ ਇੱਕ ਦੁਕਾਨਦਾਰ ਨੇ ਮੱਥੇ 'ਤੇ ਲਾਏ ਹੁੰਦੇ ਆ ਕਿ ਜੀ ਸਾਡਾ ਫਸਾਈ ਵੱਲੋਂ ਰਿਕੋਗਨਾਈਜ਼ਡ ਆ। ਪਰ ਅਸਲ ਦੇ ਵਿੱਚ ਜਿਹੜਾ ਤੇਲ ਉਹ ਵਰਤਦੇ ਆ, ਉਹ ਮਤਲਬ ਕਿ ਆਪਣੇ ਖਾਣੇ ਨੂੰ ਬਣਾਉਣ ਵਾਸਤੇ, ਉਹ ਹਾਈਡਰੋਜੀਨੇਟਡ ਹੋ ਚੁੱਕਿਆ ਹੁੰਦਾ ਹੈ। ਆਖਰ ਇਹ ਹਾਈਡਰੋਜੀਨੇਟਡ ਤੇਲ ਹੁੰਦਾ ਕਿਹੜਾ ਹੈ, ਇਹਦੇ 'ਚ ਟਰਾਂਸਫੈਟਸ ਕਿਵੇਂ ਹੁੰਦਾ ਹੈ। ਇਹ ਟਰਾਂਸਫੈਟਸ ਸਾਡੇ ਸਰੀਰ ਦੇ ਵਿੱਚ ਜਿਹੜੇ LDL ਉਹ ਨੇ, ਮਤਲਬ ਕੋਲੈਸਟਰੋਲ ਆ, ਜਿਹਨੂੰ ਅਸੀਂ ਬੈਡ ਕੋਲੈਸਟਰੋਲ ਕਹਿੰਦੇ ਆ, ਉਹਨੂੰ ਕਿਵੇਂ ਵਧਾਉਂਦਾ ਹੈ। ਅਤੇ ਉਹਦੇ ਕਰਕੇ ਸਾਡੇ ਸਰੀਰ ਦੀਆਂ ਜਿਹੜੀਆਂ ਧਮਨੀਆਂ ਨੇ, ਮਤਲਬ ਕਿ ਜਿਹੜੀਆਂ 'ਚੋਂ ਸਾਫ਼ ਖੂਨ ਸਾਡੇ ਸਰੀਰ ਦੇ ਅੰਗਾਂ ਤੱਕ ਪਹੁੰਚਦਾ ਹੈ। ਕਿਉਂਕਿ ਜੇ ਤੁਸੀਂ ਮੇਰਾ ਹੈਲਥ ਐਂਡ ਡਿਜ਼ੀਜ਼ ਵਾਲਾ ਫੋਲਡਰ ਚੰਗੀ ਤਰ੍ਹਾਂ ਪੜ੍ਹਿਆ ਹੈ ਤਾਂ ਮੈਂ ਮੰਨ ਕੇ ਚੱਲੂੰਗਾ ਕਿ ਤੁਸੀਂ ਸਾਰੇ ਲੈਕਚਰਸ ਉਹਦੇ ਲਾਏ ਆ, ਅਤੇ ਜੇ ਤੁਸੀਂ ਉਹਦੇ ਸਾਰੇ ਲੈਕਚਰਸ ਲਾਏ ਆ ਤਾਂ ਸਰਕੂਲੇਟਰੀ ਸਿਸਟਮ ਵੀ ਲਾਇਆ ਹੋਊਗਾ। ਅਤੇ ਜੇ ਤੁਸੀਂ ਉਹਦੇ 'ਚ ਸਰਕੂਲੇਟਰੀ ਸਿਸਟਮ ਪੜ੍ਹਿਆ ਹੈ ਤਾਂ ਓਬਵੀਅਸ ਜੀ ਗੱਲ ਆ, ਤੁਹਾਨੂੰ ਆਰਟਰੀਜ਼ ਅਤੇ ਵੇਨਸ, ਧਮਨੀਆਂ ਅਤੇ ਸਿਰਾ ਦਾ ਪਤਾ ਹੋਊਗਾ ਕਿ ਕਿਹੜੀਆਂ ਸਾਫ਼ ਖੂਨ ਲੈ ਕੇ ਜਾਂਦੀਆਂ। ਅਤੇ ਜੇ ਆਰਟਰੀਜ਼ ਦੇ ਵਿੱਚ ਸਾਫ਼ ਖੂਨ ਦੀ ਜਗ੍ਹਾ 'ਤੇ ਸਾਫ਼ ਖੂਨ ਦੇ ਵਿੱਚ ਬਲੋਕੇਜ ਆਉਣੇ ਸ਼ੁਰੂ ਹੋ ਜਾਣ ਤਾਂ ਤੁਸੀਂ ਸੋਚ ਕੇ ਦੇਖੋ, ਸਾਡੇ ਸਰੀਰ ਦੇ ਅੰਗਾਂ ਤੱਕ ਸਾਫ਼ ਖੂਨ ਨਹੀਂ ਪਹੁੰਚ ਪਾਊਗਾ। ਅਤੇ ਖੂਨ ਹੀ ਸਾਡੇ ਸਰੀਰ ਦੇ ਵਿੱਚ ਆਕਸੀਜਨ ਸਰੀਰ ਦੇ ਵੱਖਰੇ ਅੰਗਾਂ ਤੱਕ ਲੈ ਕੇ ਜਾਂਦਾ ਹੈ।
ਤਾਂ ਮਤਲਬ ਸਾਫ਼ ਆ, ਸਰੀਰ ਦੇ ਵੱਖਾਂ ਵੱਖਰੇ ਅੰਗਾਂ ਤੱਕ ਆਕਸੀਜਨ ਨਹੀਂ ਪਹੁੰਚ ਪਾਊਗੀ। ਆਕਸੀਜਨ ਨਹੀਂ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਤੱਕ ਪਹੁੰਚ ਕੇ ਮੈਟਾਬੋਲਿਜ਼ਮ ਦੀ ਕਾਰਵਾਈ ਪਾਉਣੀ ਆ। ਮਤਲਬ ਜਿਹੜੀ ਪਈ ਸਾਡੇ ਸਰੀਰ ਦੇ ਵਿੱਚ ਸੁਕਰੋਸ ਆ, ਠੀਕ ਆ, ਉਹਨੂੰ ਗਲੂਕੋਜ਼ એનર્ਜੀ 'ਚ ਤੋੜਨਾ ਹੈ ਤੇ ਸਾਡੇ ਸਰੀਰ ਨੂੰ ਤਾਕਤ ਦੇਣੀ ਹੈ, ਕੰਮੇ ਲਾਉਣਾ ਹੈ। ਤਾਂ ਜਦੋਂ ਇਹ ਕਾਰਵਾਈ ਨਹੀਂ ਹੋਊਗੀ ਤਾਂ ਸਾਡੇ ਸਰੀਰ ਦੇ ਅੰਗ ਕਮਜ਼ੋਰ ਹੋਣਗੇ, ਜਾਂ ਹਾਰਟ ਮਜਬੂਰ ਕਰੂਗਾ ਕਿ ਮੈਂ ਪ੍ਰੈਸ਼ਰ ਮਾਰ ਕੇ, ਪ੍ਰੈਸ਼ਰ ਦੇ ਨਾਲ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਜਲਦੀ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਅੱਗੇ ਜਾਮ ਲੱਗਿਆ ਹੈ ਤੇ ਚੀਜ਼ ਪਹੁੰਚਾਉਣੀ ਬਹੁਤ ਜ਼ਰੂਰੀ ਆ, ਤਾਂ ਹਾਰਟ ਦਾ ਕੰਮ ਕੀ ਆ, ਪੰਪ ਕਰਨਾ। ਉਹ ਆਪਣਾ ਜ਼ੋਰ ਨਾਲ ਪੰਪ ਕਰੂਗਾ। ਇੱਕ ਸਟੇਜ ਤੇ ਜਾ ਕੇ ਤੁਸੀਂ ਇੰਨਾ ਜ਼ਿਆਦਾ ਟਰਾਂਸਫੈਟਸ ਕੰਜ਼ਿਊਮ ਕੀਤਾ ਹੋਇਆ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਬੈਡ ਕੋਲੈਸਟਰੋਲ, ਬੁਰਾ ਕੋਲੈਸਟਰੋਲ ਜਮ੍ਹਾਂ ਹੋਇਆ ਹੈ। ਉਹਨੇ ਜਾ ਕੇ ਤੁਹਾਡੀਆਂ ਧਮਨੀਆਂ 'ਚ, ਆਰਟਰੀਜ਼ 'ਚ ਜੰਮ ਜਾਣਾ ਹੈ ਤੇ ਸਰੀਰ ਦਾ ਪੰਪ ਆਰਗਨ ਆ ਜਿਹੜਾ, ਜਿਹਨੇ ਸਰੀਰ ਦੇ ਵਿੱਚ ਖੂਨ ਨੂੰ ਪੰਪ ਕਰਨਾ ਹੈ, ਦੈਟ ਇਜ਼ ਹਾਰਟ ਆ, ਜਿਹੜਾ ਦਿਲ ਆ, ਉਹਦਾ ਜ਼ੋਰ ਲਾ ਕੇ ਬੁਰਾ ਹਾਲ ਹੋ ਜਾਣਾ। ਜੇ ਮਤਲਬ ਕਿ ਕਿਸੇ ਨੂੰ ਇਹ ਕਹਿ ਦਈਏ ਕਿ ਮੈਨੂੰ ਨਾ ਸਵੇਰੇ ਸ਼ਾਮ ਦੁਪਹਿਰੇ ਕਹੀ ਚੱਲ ਪੜ੍ਹਿਆ ਕਰ ਤੇ ਤੁਸੀਂ ਪੜ੍ਹੋ ਨਾ, ਇੱਕ ਦਿਨ ਕੀ ਹੋਊਗਾ, ਉਹ ਕਹਿਣੋਂ ਬੰਦ ਕਰ ਦੂਗਾ। ਬਸ ਉਹੀ ਇੱਕ ਦਿਨ ਆਊਗਾ, ਹਾਰਟ ਕਹੂਗਾ ਕਿ ਚਲੋ ਬਸ ਥੱਕ ਗਿਆ ਮੈਂ ਹੁਣ, ਤੇ ਜਿਸ ਦਿਨ ਦਿਲ ਰੁਕ ਗਿਆ ਬਸ ਉਸ ਦਿਨ ਬੰਦਾ ਰੁਕ ਗਿਆ। ਸੋ ਇਹ ਕਹਾਣੀ ਹੁੰਦੀ ਹੈ। ਸਾਡੀ ਮੌਤ ਤੱਕ ਦਾ ਸਫ਼ਰ ਜਿਹੜਾ ਹੈ ਉਹ ਇਸ ਟਰਾਂਸਫੈਟਸ ਕਰਕੇ ਅਸੀਂ ਤੈਅ ਕਰ ਸਕਦੇ ਹਾਂ। ਸੋ ਟਰਾਂਸਫੈਟਸ, ਕੋਲੈਸਟਰੋਲ, ਗੁੱਡ ਕੋਲੈਸਟਰੋਲ, ਬੈਡ ਕੋਲੈਸਟਰੋਲ, ਸੈਚੂਰੇਟਡ ਤੇ ਅਨਸੈਚੂਰੇਟਡ ਫੈਟੀ ਐਸਿਡਸ। ਜੇ ਇਹ ਸ਼ਬਦ ਨਾ ਕੈਮਿਸਟਰੀ ਦੀ ਭਾਸ਼ਾ 'ਚ ਸਮਝ ਆਏ, ਉਹ ਘੱਟੋ ਘੱਟ ਆਮ ਭਾਸ਼ਾ 'ਚ ਹੀ ਸਮਝ ਲਿਓ। ਇਹਨਾਂ ਨੂੰ ਆਪਣੀਆਂ ਅੱਖਾਂ 'ਚ ਪਹਿਚਾਣ ਲਿਓ ਕਿ ਆਹ ਜਿਹੜਾ ਭੋਜਨ ਸਾਹਮਣੇ ਪਿਆ ਸਾਡੇ, ਇਹਦੇ 'ਚ ਕਿਹੜੇ ਪ੍ਰਕਾਰ ਦਾ ਐਸਿਡ ਹੈਗਾ ਹੈ, ਮਤਲਬ ਕਿ ਇਹਦੇ 'ਚ ਕਿਹੜੇ ਪ੍ਰਕਾਰ ਦੇ ਫੈਟ ਆ। ਦੇਸੀ ਘਿਓ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹਦੇ 'ਤੇ ਵੀ ਲਗਾਤਾਰ ਬਹਿਸ। ਤਾਂ ਕੀ ਪਤਾ ਜਾਂਦੇ ਵਿੱਚੋਂ ਉਹ ਵੀ ਨਿਬੇੜਾ ਕਰ ਜਾਈਏ ਕਿ ਉਹਦਾ ਕੋਈ ਹੱਲ ਹੈ ਕਿ ਨਹੀਂ। ਅੱਜ 2023 'ਚ ਦੇਸੀ ਘਿਓ ਦੀ ਰਿਸਰਚ ਜਿਹੜੀ ਆ, ਦੇਸੀ ਘਿਓ 'ਤੇ ਹੋਈ ਸਾਇੰਸ ਦੀ ਰਿਸਰਚ ਕੀ ਕਹਿ ਰਹੀ ਆ ਕਿ ਉਹਦੇ 'ਚ ਕਿਹੜਾ ਐਸਿਡ ਮਿਲਦਾ ਹੈ ਅਤੇ ਕਿਵੇਂ ਉਹ ਸਾਡੇ ਸਰੀਰ ਲਈ ਚੰਗਾ ਜਾਂ ਮਾੜਾ ਹੈ। ਖੈਰ ਆ ਜਾਓ ਆਪਾਂ ਆਪਣੇ ਮਸਲੇ 'ਤੇ ਚੱਲਦੇ ਹਾਂ। ਅਸਲ ਦੇ ਵਿੱਚ ਇਹ ਅਨਸੈਚੂਰੇਟਡ ਫੈਟੀ ਐਸਿਡਸ ਨੇ। ਆਪਣੇ ਦਿਮਾਗ 'ਚ ਫਿੱਟ ਕਰ ਲਿਓ। ਪਹਿਲਾਂ ਥੋੜ੍ਹੀ ਜਿਹੀ ਆਪਾਂ ਇੱਕ ਫਿਗਰ ਬਣਾ ਲੈਂਦੇ ਹਾਂ ਕਿ ਆਖਰ ਇਹ ਸੈਚੂਰੇਟਡ ਅਤੇ ਅਨਸੈਚੂਰੇਟਡ ਫੈਟਸ ਹੁੰਦੇ ਕਿਹੜੇ ਆ। ਦੇਖੋ, ਕੈਮਿਸਟਰੀ ਦੀ ਭਾਸ਼ਾ 'ਚ ਦੱਸਾਂ ਤਾਂ ਕੈਮਿਸਟਰੀ ਦੀ ਭਾਸ਼ਾ ਇਹ ਕਹਿੰਦੀ ਆ ਕਿ ਅਸਲ 'ਚ ਸਾਰੀ ਖੇਡ ਹੀ ਕਾਰਬਨ ਦੀ ਆ। ਕਾਰਬਨ ਦੇ ਹੀ ਕਣ ਨੇ ਜਿਹੜੇ ਉਹ ਜੁੜ ਕੇ ਸਾਡੇ ਤੇਲ ਭੋਜਨ ਬਣੇ ਹੋਏ ਆ। ਬਹੁਤ ਸਾਰੇ ਭੋਜਨ ਦੇ ਸਰੋਤ 'ਚ ਕਾਰਬਨ ਦੇ ਕੰਪਾਊਂਡਸ ਦਾ ਬੜਾ ਵੱਡਾ ਰੋਲ ਆ। ਕਾਰਬਨ ਮਤਲਬ ਸੀ। ਕਾਰਬਨ ਦੇ ਆਪਸ 'ਚ ਜਿਹੜੇ ਐਟਮ ਨੇ ਉਹ ਆਪਸ 'ਚ ਇੱਕ ਡੰਡੇ ਨਾਲ ਵੀ ਜੁੜੇ ਹੋ ਸਕਦੇ ਆ, ਤੇ ਉਹ ਆਪਸ ਦੇ ਵਿੱਚ ਦੋ ਡੰਡਿਆਂ ਨਾਲ ਵੀ ਜੁੜੇ ਹੋ ਸਕਦੇ ਆ, ਤੇ ਉਹ ਆਪਸ 'ਚ ਤਿੰਨ ਡੰਡਿਆਂ ਨਾਲ ਵੀ ਜੁੜੇ ਹੋ ਸਕਦੇ ਆ। ਜੇ ਉਹਨਾਂ ਦੇ ਵਿੱਚ ਇੱਕ ਡੰਡਾ ਹੈ, ਠੀਕ ਆ, ਤਾਂ ਉਹ ਕਹਿੰਦੇ ਆ ਸੈਚੂਰੇਟਡ ਫੂਡ। ਜੇ ਕਾਰਬਨ ਤੇ ਕਾਰਬਨ ਦੇ ਵਿੱਚ ਹੁਣ ਮੰਨ ਲਓ ਉਹ ਜਿਹੜਾ ਕੰਪਾਊਂਡ ਆ ਉਹਦੇ 'ਚ ਕਿਸੇ ਨਾ ਕਿਸੇ ਜਗ੍ਹਾ 'ਤੇ ਅੱਗੇ ਜਾ ਕੇ ਸੀ ਜਿਵੇਂ ਸਪੋਜ਼ ਕਰੋ ਆ ਰਿਹਾ ਸੀ, ਇੱਥੇ ਸੀ, ਇਹਦੇ ਨਾਲ ਆ ਸੀ, ਇਸ ਸੀ ਦੇ ਨਾਲ ਦੋ ਡੰਡੀਆਂ ਦੇ ਨਾਲ ਉਹ ਜੁੜਿਆ ਹੈ, ਇਹ ਫਿਰ ਵੀ ਸੈਚੂਰੇਟਡ ਆ। ਤੁਸੀਂ ਕਹੋਗੇ ਇਹਦੇ 'ਚ ਸੀ ਤੇ ਉਹਦੇ ਵਿੱਚ ਤਾਂ ਦੋ ਡੰਡੀਆਂ ਹੈ, ਪਰ ਇਹ ਸੈਚੂਰੇਟਡ ਕਿਉਂ ਆ? ਗੌਰ ਕਰਿਓ, ਇਹ ਸੈਚੂਰੇਟਡ ਕਿਉਂ ਆ? ਸੈਚੂਰੇਟਡ ਇਸ ਕਰਕੇ ਆ ਕਿ ਸੀਆਂ ਦੇ ਵਿੱਚ ਦੱਸ ਦਿਓ ਕਿਤੇ ਦੋ ਜਾਂ ਤਿੰਨ ਡੰਡੀਆਂ ਹੋਣ, ਨਹੀਂ ਨਾ। ਇਟ ਮੀਨਸ ਇਸ ਤਰੀਕੇ ਦੇ ਜਿਹੜੇ ਭੋਜਨ ਹੋਣਗੇ ਉਹ ਹੋਣਗੇ ਸੈਚੂਰੇਟਡ, ਤੇ ਜਿਹੜੇ ਇਸ ਤਰੀਕੇ ਦੇ ਹੋਣਗੇ ਦੋ ਡੰਡੀਆਂ ਵਾਲੇ ਜਾਂ ਤਿੰਨ ਡੰਡੀਆਂ ਵਾਲੇ ਉਹ ਕੀ ਹੋਣਗੇ? ਅਨਸੈਚੂਰੇਟਡ। ਇਹ ਇੱਕ ਸਧਾਰਨ ਜੀ ਗੱਲ ਆ। ਹੁਣ ਮੈਨੂੰ ਇੱਕ ਗੱਲ ਦੱਸੋ, ਤੁਸੀਂ ਇਹਦੇ ਤੋਂ ਕੀ ਲੈਣਾ ਕਿ ਜਿਹੜਾ ਤੇਲ ਤੁਸੀਂ ਹੱਥ 'ਚ ਫੜਿਆ ਹੋਇਆ ਹੈ ਜਾਂ ਜਿਹੜੇ ਘਿਓ ਨੂੰ ਤੁਸੀਂ ਹੱਥ 'ਚ ਫੜਿਆ ਹੈ ਉਹਦੇ 'ਚ ਦੋ ਡੰਡੀਆਂ ਕਿ ਤਿੰਨ ਡੰਡੀਆਂ ਕਿ ਇੱਕ ਡੰਡੀ ਆ? ਬਸ ਤੁਹਾਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਉਹ ਸੈਚੂਰੇਟਡ ਆ ਕਿ ਅਨਸੈਚੂਰੇਟਡ ਆ। ਠੀਕ ਆ, ਬਸ ਤੁਸੀਂ ਇਹ ਸਮਝ ਲਓ ਕਿ ਉਹ ਸੈਚੂਰੇਟਡ ਆ ਕਿ ਅਨਸੈਚੂਰੇਟਡ ਆ। ਪਹਿਲਾਂ ਆਪਾਂ ਇਹਦੀ ਗੱਲ ਕਰ ਲਈਏ, ਉਹ ਟਰਾਂਸਫੈਟਸ ਤੇ ਤਾਂ ਫੇਰ ਜਾਵਾਂਗੇ ਆਪਾਂ। ਗੰਭੀਰ ਮਸਲਾ ਟਰਾਂਸਫੈਟ ਦਾ ਹੈ। ਵਿਸ਼ਵ ਸਿਹਤ ਸੰਗਠਨ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਜਨਵਰੀ-ਫਰਵਰੀ 2023 ਦੇ ਵਿੱਚ ਰਿਪੋਰਟ ਦਿੱਤੀ ਆ, ਉਹ ਟਰਾਂਸਫੈਟਸ ਤੇ ਦਿੱਤੀ ਆ। ਟਰਾਂਸਫੈਟਸ ਤੱਕ ਵੀ ਪਹੁੰਚ ਲਾਂਗੇ, ਪਹਿਲਾਂ ਇਹਨਾਂ ਦੋਵਾਂ ਨਾਲ ਦੋ ਹੱਥ ਕਰ ਦਈਏ ਤਾਂ ਕਿ ਸਾਨੂੰ ਸਾਡੀ ਜ਼ਿੰਦਗੀ 'ਚ ਇਹਨਾਂ ਦੀ ਮਹੱਤਤਾ ਸਮਝ ਆ ਜੇ। ਠੀਕ ਆ, ਸੋ ਅਨਸੈਚੂਰੇਟਡ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਾਰਬਨਸ ਦੇ ਵਿੱਚ ਕਿੰਨੇ ਬੌਂਡ ਹੋਣ? ਡਬਲ ਬੌਂਡ ਜਾਂ ਟ੍ਰਿਪਲ ਬੌਂਡ। ਬੌਂਡ ਦਾ ਮਤਲਬ ਡੰਡੀਆਂ, ਦੋ ਬੌਂਡ ਮਤਲਬ ਡਬਲ ਬੌਂਡ, ਤਿੰਨ ਡੰਡੀਆਂ ਮਤਲਬ ਟ੍ਰਿਪਲ ਬੌਂਡ। ਜੇ ਉਹਨਾਂ ਦੇ ਵਿੱਚ ਇੱਕ ਬੌਂਡ ਆ ਤਾਂ ਉਹ ਕੀ ਆ? ਸੈਚੂਰੇਟਡ। ਹੁਣ ਦੇਖੋ, ਸਾਡੇ ਜਿੰਨੇ ਵੀ ਆ ਤੇਲ ਨੇ ਆ ਸਾਰੇ ਸਾਡੇ ਅਨਸੈਚੂਰੇਟਡ ਨੇ। ਕੌਰਨ, ਸੋਇਆਬੀਨ ਆਇਲ, ਸਨਫਲਾਵਰ ਇਹ ਹੋ ਗਿਆ, ਠੀਕ ਆ, ਪੀਨਟ ਆਇਲ ਹੋ ਗਿਆ, ਹੋਰ ਕੋਈ ਓਲੀਵ ਆਇਲ ਹੋ ਗਿਆ, ਇਹ ਸਾਰੇ ਅਨਸੈਚੂਰੇਟਡ ਨੇ। ਅਨਸੈਚੂਰੇਟਡ ਫੈਟਸ ਨੂੰ ਅੱਜ ਤੱਕ ਦੀ ਸਾਇੰਸ, 2023 ਤੱਕ ਦੀ ਸਾਇੰਸ ਕਹਾਂ ਤਾਂ ਰਿਕੋਗਨਾਈਜ਼ ਕਰ ਚੁੱਕੀ ਆ ਕਿ ਠੀਕ ਆ, ਇਹ ਸਾਡੇ ਸਰੀਰ 'ਚ ਜੇ ਇਹਨਾਂ ਦਾ ਇਨਟੇਕ ਵਧਾਵਾਂਗੇ ਨਾ
ਤਾਂ ਤੁਸੀਂ ਗੁੱਡ ਕੋਲੈਸਟਰੋਲ ਆਪਣੇ ਸਰੀਰ 'ਚ ਸ਼ਾਮਲ ਕਰੋਗੇ। ਆਖਰ ਇਹ ਗੁੱਡ ਕੋਲੈਸਟਰੋਲ ਹੁੰਦਾ ਕੀ ਆ, ਹੁਣ ਇਹ ਵੀ ਮਸਲਾ ਹੈ। ਇਟ ਮੀਨਸ ਲੈਕਚਰ ਦਾ ਅਗਲਾ ਹਿੱਸਾ 20 ਮਿੰਟ ਤੋਂ ਬਾਅਦ ਜਦੋਂ ਲੈਕਚਰ ਦਾ ਅਗਲਾ ਹਿੱਸਾ ਸ਼ੁਰੂ ਹੋਊਗਾ ਤਾਂ ਤੁਸੀਂ ਗੁੱਡ ਕੋਲੈਸਟਰੋਲ ਤੇ ਬੈਡ ਕੋਲੈਸਟਰੋਲ ਸ਼ਬਦਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਜਾਓਗੇ ਕਿ ਆਖਰ ਇਹ ਗੁੱਡ ਕੋਲੈਸਟਰੋਲ ਤੇ ਬੈਡ ਕੋਲੈਸਟਰੋਲ ਸ਼ਬਦ ਕੀ ਆ, ਇਹ ਕੋਲੈਸਟਰੋਲ ਨਾਮ ਦੀ ਜੀਵ ਹੈ ਕੀ ਆ, ਇਹ ਸਾਡੇ ਸਰੀਰ 'ਚ ਕਿੱਥੋਂ ਪੈਦਾ ਹੁੰਦਾ ਹੈ, ਜਾਂ ਅਸੀਂ ਕਿਹੜੇ ਭੋਜਨ ਤੋਂ ਇਹਨੂੰ ਇਨਟੇਕ ਕਰਦੇ ਹਾਂ ਤੇ ਸਾਡੇ ਸਰੀਰ 'ਚ ਕਿਹੜੇ ਕੰਮ ਆਉਂਦਾ ਹੈ, ਤੇ ਜੇ ਸਾਡੇ ਸਰੀਰ 'ਚ ਨਜਾਇਜ਼ ਵੱਧ ਜੇ ਤਾਂ ਇਹ ਕੀ ਕਰਦਾ ਹੈ। ਫਿਰ ਇੱਕ ਹੋਰ ਸਮੱਸਿਆ ਇਹਦੇ 'ਚ ਕਿ ਫਿਰ ਇਹ ਦੋ ਪ੍ਰਕਾਰ ਦਾ ਕਿਵੇਂ ਆ, ਕਿਉਂ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਗੁੱਡ ਕੋਲੈਸਟਰੋਲ ਤੇ ਬੈਡ ਕੋਲੈਸਟਰੋਲ। ਠੀਕ ਆ, ਸੋ ਗੁੱਡ ਕੋਲੈਸਟਰੋਲ ਤੇ ਬੈਡ ਕੋਲੈਸਟਰੋਲ ਮਤਲਬ ਇਹ ਵੀ ਗੱਲ ਸਮਝ ਆ ਰਹੀ ਆ ਕਿ ਬਾਕੀ ਦਾ ਤਾਂ ਪਤਾ ਨਹੀਂ 3 ਜਾਂ 4 ਪ੍ਰਕਾਰ ਦਾ ਹੁੰਦਾ ਕਿ ਨਹੀਂ ਹੁੰਦਾ, ਪਰ ਲਿਖ ਕੇ ਲੈ ਲਓ ਕਿ ਕੋਲੈਸਟਰੋਲ 2 ਪ੍ਰਕਾਰ ਦਾ ਤੇ ਪੱਕਾ ਹੀ ਹੁੰਦਾ ਹੈ। ਕਿਉਂ ਨਹੀਂ ਤਾਂ ਮੈਂ ਇਹ ਕਿਉਂ ਕਹਾਂ ਕਿ ਇੱਕ ਗੁੱਡ ਕੋਲੈਸਟਰੋਲ ਆ ਤੇ ਇੱਕ ਕੀ ਆ ਬੈਡ ਕੋਲੈਸਟਰੋਲ। तो सब तो पहला मैं फैटी एसिड्स तो सीक्वेंस स्टोरी शुरू करूँगा। तो जेडे साडे एनीमल फैट्स ते वैजीटेबल फैट्स ने आ सीधे दे तौर पर ठीक है इन्हां सारियां चों मिलता है सानू सैचुरेटेड फूड, ते आ जेडे ऑयल्स वगैरह हो गए इन्हां तो सानू पीनट वगैरह सीड्स वगैरह इन्हां सब तो की मिलता सानू अनसैचुरेटेड। ਹੁਣ ਸੈਚੂਰੇਟਡ ਫੈਟ ਤੇ ਅਨਸੈਚੂਰੇਟਡ ਫੈਟ ਦੀ ਇੱਕ ਸਮੱਸਿਆ ਇਹ ਆ ਕਿ ਜਿੰਨੀ ਵੀ ਸਾਡੀ ਪੋਲਟਰੀ ਵਗੈਰਾ ਫੈਟੀ ਮੀਟ ਹੋ ਗਿਆ ਬਟਰ ਘੀ ਇਹ ਸਭ ਕੁਝ ਜਿਹੜਾ ਹੈ ਬੇਸਿਕਲੀ ਇਹਦਾ ਇਹ ਸੈਚੂਰੇਟਡ ਫੈਟ ਦਾ ਹਿੱਸਾ ਹੈ। ਠੀਕ ਆ, ਸੋ ਇਹਦੇ ਚੋਂ ਇਹ ਸਾਨੂੰ ਇੱਕ ਲੈਵਲ ਤੱਕ ਇਹਦੀ 10% ਓਵਰਆਲ ਫੈਟ ਦੀ ਜੇ 10% ਕੰਸਨਟ੍ਰੇਸ਼ਨ ਸਾਡੇ ਕੋਲ ਸੈਚੂਰੇਟਡ ਫੈਟ ਦੀ ਆ ਤਾਂ ਸਾਨੂੰ ਠੀਕ ਆ। ਉਸ ਤੋਂ ਵੱਧ ਕੇ ਜੇ ਸੈਚੂਰੇਟਡ ਫੈਟਸ ਅਸੀਂ ਇਨਟੇਕ ਕਰ ਰਹੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਬੈਡ ਕੋਲੈਸਟਰੋਲ ਵਧੂਗਾ। ਇਹਦਾ ਇਨਟੇਕ ਜਿਹੜਾ ਹੈ ਉਹ ਜੇ 10% 30% ਤੱਕ ਆ ਤਾਂ ਬਹੁਤ ਹੈਲਦੀ ਆ। ਇਹ ਜ਼ਿਆਦਾ ਸਾਡੇ ਸਰੀਰ 'ਚ ਇਹਦਾ ਇਨਟੇਕ ਚਾਹੀਦਾ ਹੈ ਤੇ ਇਹ ਜਿੰਨਾ ਜ਼ਿਆਦਾ ਇਨਟੇਕ ਅਨਸੈਚੂਰੇਟਡ ਫੈਟ ਦਾ ਸਾਡੇ ਸਰੀਰ 'ਚ ਵਧੂਗਾ। ਠੀਕ ਆ, ਮਤਲਬ ਇਹ ਕਿ ਸਾਨੂੰ ਇੱਕ ਚੀਜ਼ ਦੀ ਪ੍ਰੈਫਰੈਂਸ ਕਿਹਾ ਜਾਂਦਾ ਕਿ ਇਹਨਾਂ ਚੀਜ਼ਾਂ ਦੇ ਤੜਕੇ ਲਾਉਣ ਦੀ ਬਜਾਏ ਠੀਕ ਆ ਇਹਨਾਂ ਚੀਜ਼ਾਂ ਦਾ ਤੜਕਾ ਲਾਉਣ ਦੀ ਬਜਾਏ ਤੁਸੀਂ ਕੋਸ਼ਿਸ਼ ਕਰੋ ਕਿ ਮਤਲਬ ਇਹਨਾਂ ਚੀਜ਼ਾਂ ਦਾ ਤੜਕਾ ਲਾਓ। ਓਲੀਵ ਆਇਲ ਜਿਹੜਾ ਹੈ ਠੀਕ ਆ ਸਾਨੂੰ ਅਕਸਰ ਪ੍ਰੈਫਰ ਕੀਤਾ ਜਾਂਦਾ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਤੜਕਾ ਲਾਓ। ਠੀਕ ਆ, ਇਸ ਤੋਂ ਬਾਅਦ ਨਾ ਹਜੇ ਇੱਕ ਤੀਸਰੀ ਚੀਜ਼ ਵੀ ਆਉਣੀ ਆ ਜਿਹਦੇ ਬਾਰੇ ਹਜੇ ਆਪਾਂ ਜ਼ਿਕਰ ਕਰ ਹੀ ਨਹੀਂ ਰਹੇ, ਜਿਹਦੇ 'ਚ ਅਸੀਂ ਅਕਸਰ ਇੱਕ ਚੀਜ਼ ਕਹਿੰਦੇ ਆ ਤੁਸੀਂ ਡਾਲਡਾ ਘਿਓ ਦੇਖਿਆ ਹੋਊਗਾ। ਠੀਕ ਆ, ਅਸਲ 'ਚ ਉਹ ਕੀ ਚੀਜ਼ ਆ, ਉਹ ਕਿਹੜੀ ਕੈਟੇਗਰੀ 'ਚ ਆਉਂਦਾ, ਨਾ 3 'ਚ ਨਾ 13 'ਚ, ਉਹ ਇਹਦੇ 'ਚ ਆਉਂਦਾ ਹੈ। ਉਹ ਨਜਾਇਜ਼ ਹੀ ਖਤਰਨਾਕ ਆ, ਉਹ ਟਰਾਂਸ ਫੈਟ ਆ। ਆਖਰ ਤੁਸੀਂ ਇੱਕ ਗੱਲ ਦੇਖਿਆ ਕਿ ਉਹ ਕੀ ਆ, ਨੋਰਮਲੀ ਅਸੀਂ ਇਹ ਗੱਲ ਕਹਿੰਦੇ ਆ ਕਿ ਉਹ ਵਨਸਪਤੀ ਘਿਓ ਹੁੰਦਾ ਹੈ। ਅਸੀਂ ਅਕਸਰ ਉਹਦੇ ਵਾਸਤੇ ਸ਼ਬਦ ਵਰਤਦੇ ਹਾਂ ਕਿ ਉਹ ਵਨਸਪਤੀ ਘਿਓ ਹੁੰਦਾ ਹੈ। ਤਾਂ ਉਹ ਨਾ ਤਾਂ ਸੋਲਿਡ ਹੁੰਦਾ ਹੈ ਤੇ ਨਾ ਲਿਕਵਿਡ, ਬੜਾ ਸੌਫਟ ਜਿਹਾ ਹੁੰਦਾ ਹੈ। ਠੀਕ ਆ, ਅਸਲ 'ਚ ਉਹ ਲਿਕਵਿਡ ਆਇਲ ਜਿਹੜਾ ਹੁੰਦਾ ਨਾ ਉਹਨੂੰ ਉਹਨਾਂ ਨੇ ਹਾਈਡਰੋਜੀਨੇਟ ਕਰ ਲਿਆ ਹੁੰਦਾ ਹੈ ਤੇ ਫਿਰ ਉਹ ਟਰਾਂਸਫੈਟ ਬਣਦਾ ਹੈ। ਪਰ ਇਸ ਸ਼ਬਦ ਤੇ ਹਜੇ ਜਾਇਓ ਹੀ ਨਾ, ਪਹਿਲਾਂ ਤਾਂ ਤੁਸੀਂ ਇਹਨਾਂ ਦੋਵਾਂ ਦੇ ਮਸਲੇ ਨੂੰ ਦੇਖ ਲਓ ਕਿ ਸੈਚੂਰੇਟਡ ਕੀ ਆ ਤੇ ਅਨਸੈਚੂਰੇਟਡ ਕੀ ਆ। ਜਿਹੜੀਆਂ ਚੀਜ਼ਾਂ ਸਾਡੀ ਪੋਲਟਰੀ ਵਗੈਰਾ ਸਾਡੇ ਫੈਟੀ ਮੀਟ ਚੋਂ ਬਟਰ ਘੀ ਇਹਨਾਂ ਚੋਂ ਸਭ ਤੋਂ ਫੁੱਲ ਕਰੀਮ ਡੈਰੀ ਪ੍ਰੋਡਕਟ ਇਹ ਸਾਰੇ ਸੈਚੂਰੇਟਡ ਫੈਟਸ ਨੇ। ਸੈਚੂਰੇਟਡ ਫੈਟਸ ਬਾਰੇ ਤਾਂ ਅਕਸਰ ਇੱਕ ਸਟੇਟਮੈਂਟ ਦਿੱਤੀ ਜਾਂਦੀ ਆ ਕਿ ਸ਼ਾਮ ਸੂਰਜ ਢਲਣ ਤੋਂ ਬਾਅਦ ਆਪਣੇ ਸੈਚੂਰੇਟਡ ਫੈਟਸ ਅਵੋਇਡ ਕਰਨੇ ਚਾਹੀਦੇ ਆ। ਮਤਲਬ ਕਈ ਵਾਰੀ ਜਦੋਂ ਆਪਾਂ ਰਾਤ ਨੂੰ ਕਹਿ ਦਿੰਦੇ ਆ ਕਿ ਯਾਰ ਦੁੱਧ ਪੀਤੇ ਬਿਨਾਂ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਹ ਸਮਝ ਲਓ ਕਿ ਡੈਰੀ ਪ੍ਰੋਡਕਟਸ ਜਿਹੜੇ ਆ ਇਹਨਾਂ ਨੂੰ ਕੰਜ਼ਿਊਮ ਕਰਕੇ ਆਰਾਮ ਕਰਨਾ ਤਾਂ ਆਪਣੇ ਆਪ 'ਚ ਇੱਕ ਨਾ ਬੜੀ ਦੁਵਿਧਾ ਹੈ ਸਾਡੇ ਵਾਸਤੇ। ਸੋ ਕੋਸ਼ਿਸ਼ ਕਰੋ ਕਿ ਸੈਚੂਰੇਟਡ ਫੈਟਸ ਜਿਹੜੇ ਆ ਇਹ ਡੇ ਟਾਈਮ ਜਦੋਂ ਤੁਸੀਂ ਜਿਸ ਤੋਂ ਬਾਅਦ ਤੁਸੀਂ ਥੋੜ੍ਹਾ ਬਹੁਤਾ ਸਫ਼ਰ ਕਰ ਲਓ ਤਾਂ ਕਿ ਉਹ ਡਾਈਜੈਸਟ ਹੋ ਜਾਣ, ਉਸ ਸਥਿਤੀ 'ਚ ਤੁਹਾਨੂੰ ਸੈਚੂਰੇਟਡ ਫੈਟਸ ਲੈਣੇ ਚਾਹੀਦੇ ਆ। ਅਨਸੈਚੂਰੇਟਡ ਫੈਟਸ ਜਿਹੜੇ ਆ ਉਹ ਤੁਸੀਂ ਫਿਰ ਵੀ ਕਾਫੀ ਹੱਦ ਤੱਕ ਲੈ ਸਕਦੇ ਹੋ। ਉਹਦੀ ਵਜ੍ਹਾ ਸਾਫ਼ ਆ, ਸਾਇੰਸ ਕਹਿ ਰਹੀ ਹੈ ਕਿ ਇਹ ਬਲੈਡ ਕੋਲੈਸਟਰੋਲ ਨੂੰ ਇਨਕਰੀਜ਼ ਕਰਦੇ ਆ ਤੇ ਇਹ ਗੁੱਡ ਕੋਲੈਸਟਰੋਲ ਦੀ ਮਾਤਰਾ ਸਰੀਰ 'ਚ ਵਧਾਉਂਦੇ ਆ। ਆਜੋ ਅਜੇ ਟਰਾਂਸ ਫੈਟਸ ਦੀ ਕੋਈ ਗੱਲ ਨਹੀਂ ਹੋਈ। ਠੀਕ ਆ, ਸੋ ਸੈਚੂਰੇਟਡ ਫੈਟਸ ਤੇ ਨੋਨ ਸੈਚੂਰੇਟਡ ਫੈਟ ਸਾਡੀ ਸਰੀਰ 'ਚ ਦੋਵੇਂ ਚਾਹੀਦੇ ਆ। ਤੇ ਜੇ ਆਪਾਂ ਮਤਲਬ ਕਿ ਆਪਣੀ ਸੈਚੂਰੇਟਡ ਫੈਟਸ ਨੂੰ ਇਨਕਰੀਜ਼ ਕਰਾਂਗੇ ਆਪਣੇ ਸਰੀਰ 'ਚ ਤਾਂ ਸਾਡੇ ਸਰੀਰ 'ਚ ਬੈਡ ਕੋਲੈਸਟਰੋਲ ਦੀ ਵੈਲਿਊ ਵਧੂਗੀ। ਇਸ ਤੋਂ ਉਲਟ ਆ ਦੇਖੋ ਫਰਕ ਮੈਂ ਇੱਥੇ ਕਲੀਅਰ ਕਰਤਾ ਕਿ ਸੈਚੂਰੇਟਡ ਫੈਟ ਦੇ ਵਿੱਚ ਕਾਰਬਨ ਦੇ ਵਿੱਚ ਸਾਰੇ ਜਿੰਨੇ ਕਾਰਬਨ ਦੇ ਐਟਮ ਨੇ ਕਣ ਨੇ ਉਹਨਾਂ 'ਚ ਕਿਹੜਾ ਬੌਂਡ ਆ, ਸਿੰਗਲ, ਇੱਕ ਡੰਡੀ ਆ। ਪਰ ਅਨਸੈਚੂਰੇਟਡ ਦੇ ਵਿੱਚ ਇੱਥੇ ਕਾਰਬਨ ਇੱਕੋ ਜਗ੍ਹਾ ਤੇ ਭਾਵੇਂ ਇੱਕ ਜਾਂ ਦੋ, ਬਸ ਇੱਕ ਜਗ੍ਹਾ ਤਾਂ ਬਹੁਤ ਆ। ਕਾਰਬਨ ਦੇ ਵਿੱਚ 2 ਡੰਡੀਆਂ ਆ ਗਈਆਂ, ਇਹਦਾ ਮਤਲਬ ਇਹ ਕਿਹੜੀ ਫੈਟ ਹੋ ਗਈ, ਅਨਸੈਚੂਰੇਟਡ ਫੈਟ। ਆ ਗੱਲ ਕਲੀਅਰ ਹੋ ਗਈ। ਸੈਚੂਰੇਟਡ ਤੇ ਅਨਸੈਚੂਰੇਟਡ ਦੇ ਵਿੱਚ ਸਿੰਗਲ ਬੌਂਡ ਤੇ ਡਬਲ ਬੌਂਡ। ਠੀਕ ਆ, ਇਹਦੀ ਕੰਜ਼ੰਪਸ਼ਨ 10% ਤੋਂ ਵੀ ਨਹੀਂ ਵਧਣੀ ਚਾਹੀਦੀ। ਇਹਦੀ ਕੰਜ਼ੰਪਸ਼ਨ ਜਿਹੜੀ ਆ ਇਹ 30% ਤੱਕ ਜਾ ਸਕਦੀ ਆ। ਠੀਕ ਆ, ਇਹ
ਸਰੀਰ ਦਿਲ ਦੀਆਂ ਬਿਮਾਰੀਆਂ ਵਾਸਤੇ ਖਤਰਨਾਕ ਆ, ਦੂਜੇ ਪਾਸੇ ਇਹਦੀ ਕੰਜ਼ੰਪਸ਼ਨ ਇਸ ਕਰਕੇ ਚੰਗੀ ਆ ਕਿਉਂਕਿ ਇਹ ਸਰੀਰ 'ਚ ਗੁੱਡ ਕੋਲੈਸਟਰੋਲ ਨੂੰ ਵਧਾਉਂਦਾ ਹੈ। ਠੀਕ ਆ, ਇਹਦੇ ਵਧਣ ਨਾਲ ਸਰੀਰ 'ਚ ਲੋ ਡੈਂਸਿਟੀ ਲਿਪੋਪ੍ਰੋਟੀਨ ਵੱਧਦਾ ਹੈ, ਮਤਲਬ LDL ਲੋ ਡੈਂਸਿਟੀ ਲਿਪੋਪ੍ਰੋਟੀਨ ਕੋਲੈਸਟਰੋਲ, ਇਹਨੂੰ ਲੋਕ ਸ਼ਾਰਟ ਫਾਰਮ 'ਚ ਬੈਡ ਕੋਲੈਸਟਰੋਲ ਕਹਿ ਦਿੰਦੇ ਆ। ਇਹਦੇ ਜ਼ਿਆਦਾ ਕੰਜ਼ੰਪਸ਼ਨ ਨਾਲ 30% ਤੱਕ ਜੇ ਤੁਸੀਂ ਇਹਨੂੰ ਕੰਜ਼ਿਊਮ ਕਰਦੇ ਹੋ ਤਾਂ ਉਹਦੇ ਨਾਲ ਸਰੀਰ 'ਚ HDL ਕੋਲੈਸਟਰੋਲ ਵੱਧਦਾ ਹੈ। ਇਹ HDL ਕੋਲੈਸਟਰੋਲ ਕੀ ਹੁੰਦਾ ਹੈ? ਹਾਈ ਡੈਂਸਿਟੀ ਲਿਪੋਪ੍ਰੋਟੀਨ ਕੋਲੈਸਟਰੋਲ। ਠੀਕ ਆ, ਇਹਨੂੰ ਲੋਕ ਨਾ ਹਾਈ ਡੈਂਸਿਟੀ ਲਿਪੋਪ੍ਰੋਟੀਨ ਕੋਲੈਸਟਰੋਲ ਕਹਿਣ ਦੀ ਬਜਾਏ ਲੋਕ ਇਹਨੂੰ ਕਹਿ ਦਿੰਦੇ ਆ ਗੁੱਡ ਕੋਲੈਸਟਰੋਲ। ਸੌਖਾ ਸ਼ਬਦ ਆ ਕਹਿਣ ਦਾ ਕਿ ਇਹ ਚੰਗਾ ਕੋਲੈਸਟਰੋਲ ਆ, ਇਹ ਮਾੜਾ ਕੋਲੈਸਟਰੋਲ ਆ, ਇਹ ਵੱਧਦਾ ਹੈ। ਠੀਕ ਆ, ਤੇ ਇਹ ਸਰੀਰ ਦੇ ਵਿੱਚੋਂ ਬਹੁਤ ਹੌਲੀ ਹੌਲੀ ਸਪੋਇਲ ਹੁੰਦਾ ਹੈ। ਇਹ ਸਰੀਰ 'ਚੋਂ ਬੜੀ ਈਜ਼ਲੀ ਨਿਕਲ ਜਾਂਦਾ ਹੈ। ਜਿਹੜਾ ਹਾਈ ਡੈਂਸਿਟੀ ਕੋਲੈਸਟਰੋਲ ਹੈ ਨਾ, ਇਹ ਸਰੀਰ 'ਚੋਂ ਬਹੁਤ ਸੰਘਣਾ ਹੋਣ ਕਰਕੇ ਨਾ ਬੜੀ ਛੇਤੀ ਫਲੋ ਕਰਕੇ ਇਹ ਐਕਸਕ੍ਰੀਟ ਹੋ ਜਾਂਦਾ, ਜਿਸ ਸਰੀਰ 'ਚੋਂ ਨਿਕਲ ਜਾਂਦਾ ਹੈ। ਇਹ ਖਤਰਾ ਪੈਦਾ ਨਹੀਂ ਕਰਦਾ, ਪਰ ਇਹ ਘੱਟ ਡੈਂਸਿਟੀ ਦਾ, ਘੱਟ ਘਣਤਾ ਦਾ, ਘੱਟ ਸੰਘਣਾਪਣ ਹੋਣ ਕਰਕੇ ਇਹ ਸਰੀਰ ਦਾ ਨੁਕਸਾਨ ਕਰਦਾ ਹੈ। ਟੈਕਨੀਕਲੀ ਹਜੇ ਮੈਂ ਦੱਸਿਆ ਹੀ ਨਹੀਂ ਕਿ ਨੁਕਸਾਨ ਕਰਦਾ ਕਿਵੇਂ ਆ। ਅਸਲ 'ਚ ਤਾਂ ਮੈਂ ਬਸ ਇਹ ਦੱਸਿਆ ਕਿ ਜਿਹੜਾ ਸੈਚੂਰੇਟਡ ਤੇਲ ਆ, ਜੇ ਤੁਸੀਂ ਉਹਦੇ ਭੋਜਨ ਜ਼ਿਆਦਾ ਪਕਾਓਗੇ ਆਪਣਾ ਦੇਸੀ ਘੀ ਵਗੈਰਾ ਦਾ, ਤਾਂ ਤੁਹਾਡੇ ਸਰੀਰ 'ਚ ਸੈਚੂਰੇਟਡ ਫੈਟ ਵਧੂਗੀ। ਉਸ ਤੋਂ ਉਲਟ ਜੇ ਤੁਸੀਂ ਮਤਲਬ ਕਿ ਇਸ ਤਰੀਕੇ ਦਾ ਘਿਓ ਜ਼ਿਆਦਾ ਖਾਓਗੇ ਜਾਂ ਫੈਟਸ ਜ਼ਿਆਦਾ ਲਓਗੇ ਅਨਸੈਚੂਰੇਟਡ, ਤਾਂ ਤੁਹਾਡੇ ਸਰੀਰ ਦੇ ਵਿੱਚ ਹਾਈ ਡੈਂਸਿਟੀ ਲਿਪੋਪ੍ਰੋਟੀਨ ਮਤਲਬ ਕਿ ਗੁੱਡ ਕੋਲੈਸਟਰੋਲ ਦੀ ਮਾਤਰਾ ਦੇ ਵਧਣ ਦੇ ਚਾਂਸ ਆ। ਉਹਦਾ ਖਤਰਾ ਕੋਈ ਨਹੀਂ ਹੁੰਦਾ, ਉਹਦਾ ਖਤਰਾ ਕੋਈ ਨਹੀਂ। ਕੋਲੈਸਟਰੋਲ ਨੇ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਕਰਨਾ, ਪਰ ਉਸ ਤੋਂ ਬਾਅਦ ਉਹ ਸਰੀਰ 'ਚ ਵਿਘਨ ਪਾਉਣ ਦਾ ਕੰਮ ਨਹੀਂ ਕਰਦਾ। ਆਖਰ ਇਹੋ ਜਿਹਾ ਕਿਹੜਾ ਵਿਘਨ ਆ ਜਿਹੜਾ LPL ਕਰ ਦਿੰਦਾ ਹੈ, ਮਤਲਬ ਲੋ ਡੈਂਸਿਟੀ ਲਿਪੋਪ੍ਰੋਟੀਨ ਕਰ ਦਿੰਦਾ ਹੈ, ਬਟ ਹਾਈ ਡੈਂਸਿਟੀ ਵਾਲਾ, ਜ਼ਿਆਦੀ ਸੰਘਣਤਾ ਵਾਲਾ, ਜ਼ਿਆਦੀ ਘਣਤਾ ਵਾਲਾ ਲਿਪੋਪ੍ਰੋਟੀਨ ਉਹ ਗਲਤ ਕੰਮ ਨਹੀਂ ਕਰਦਾ। ਪਹਿਲੀ ਗੱਲ, ਮੈਨੂੰ ਹਜੇ ਤੱਕ ਤੁਹਾਨੂੰ ਇਹ ਵੀ ਨਹੀਂ ਸਮਝ ਆਈ ਕਿ LPL ਤੇ HDL ਬੇਸਿਕਲੀ ਲੋ ਡੈਂਸਿਟੀ ਲਿਪੋਪ੍ਰੋਟੀਨ ਤੇ ਹਾਈ ਡੈਂਸਿਟੀ ਲਿਪੋਪ੍ਰੋਟੀਨ, ਜਿਨ੍ਹਾਂ ਨੂੰ ਆਮ ਭਾਸ਼ਾ 'ਚ ਬੈਡ ਕੋਲੈਸਟਰੋਲ ਤੇ ਗੁੱਡ ਕੋਲੈਸਟਰੋਲ ਕਹਿੰਦੇ ਆ, ਅਸਲ 'ਚ ਹੁੰਦੇ ਕੀ ਆ? ਹਜੇ ਤੱਕ ਤਾਂ ਕੋਲੈਸਟਰੋਲ ਸ਼ਬਦ ਨਹੀਂ ਸਮਝ ਆਇਆ, ਪਰ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿਹੜਾ ਬੈਡ ਕੋਲੈਸਟਰੋਲ ਆ ਇਹ ਸਾਡੇ ਸਰੀਰ 'ਚ ਬਹੁਤ ਨੁਕਸਾਨ ਕਰਦਾ ਹੈ। ਹੁਣ ਪਹਿਲਾਂ ਮੈਂ ਦੋ ਗੱਲਾਂ ਲਾਈਨ 'ਚ ਲਾ ਲੈਂਦਾ। ਪਹਿਲਾਂ ਮੈਂ ਇਹ ਦੱਸ ਦਿੰਦਾ ਕਿ ਕੋਲੈਸਟਰੋਲ ਕੀ ਆ, ਫਿਰ ਮੈਂ ਇਹ ਦੱਸ ਦਿੰਦਾ ਕਿ LPL ਤੇ HDL ਮਤਲਬ ਲੋ ਡੈਂਸਿਟੀ ਲਿਪੋਪ੍ਰੋਟੀਨ ਤੇ ਹਾਈ ਡੈਂਸਿਟੀ ਲਿਪੋਪ੍ਰੋਟੀਨ, ਘੱਟ ਘਣਤਾ ਵਾਲਾ ਲਿਪੋਪ੍ਰੋਟੀਨ ਤੇ ਜ਼ਿਆਦੀ ਘਣਤਾ ਵਾਲਾ ਲਿਪੋਪ੍ਰੋਟੀਨ। ਦੂਜੀ ਤਰ੍ਹਾਂ ਕਹਾਂ, ਮਾੜਾ ਕੋਲੈਸਟਰੋਲ ਤੇ ਚੰਗਾ ਕੋਲੈਸਟਰੋਲ, ਕੀ ਇਹਨਾਂ ਦੋਵਾਂ 'ਚ ਫਰਕ ਕੀ ਹੈ। ਫਿਰ ਉਸ ਤੋਂ ਬਾਅਦ ਮੈਂ ਦੱਸੂਗਾ ਕਿ ਆਖਰ ਕਿਹੜੇ ਪ੍ਰਕਾਰ ਦੇ ਤੇਲ ਦੇ ਖਾਣ ਨਾਲ, ਕਿਹੜੇ ਪ੍ਰਕਾਰ ਦੇ ਫੈਟ ਨਾਲ। ਇਹ ਤਾਂ ਮੈਂ ਦੱਸ ਹੀ ਚੁੱਕਿਆ ਕਿ ਸੈਚੂਰੇਟਡ ਫੈਟ ਦਾ ਇਨਟੇਕ ਕਰੋਗੇ ਤਾਂ ਤੁਹਾਡੇ ਸਰੀਰ 'ਚ ਮਾੜਾ ਕੋਲੈਸਟਰੋਲ ਵਧੂਗਾ। ਚੰਗਾ ਜੇ ਤੁਸੀਂ ਅਨਸੈਚੂਰੇਟਡ ਫੈਟਸ ਲਓਗੇ, ਜਿਹਦੇ 'ਚ ਕਿ ਮੈਂ ਤੁਹਾਨੂੰ ਓਲੀਵ ਆਇਲ, ਕੋਕੋਨਟ ਆਇਲ ਦੱਸ ਚੁੱਕਿਆ, ਤਾਂ ਤੁਹਾਡੇ ਸਰੀਰ ਦੇ ਵਿੱਚ ਗੁੱਡ ਕੋਲੈਸਟਰੋਲ ਵਧੂਗਾ। ਹੁਣ ਤੁਸੀਂ ਆਪਣੇ ਆਪ 'ਚ ਕਲੀਅਰ ਕਰ ਲਿਓ ਕਿ ਜਿਹੜਾ ਬੈਡ ਕੋਲੈਸਟਰੋਲ ਆ ਉਹ ਕੀ ਆ ਭਲਾ? ਲੋ ਡੈਂਸਿਟੀ ਲਿਪੋਪ੍ਰੋਟੀਨ। ਤੇ ਜੇ ਕੋਈ ਮੈਨੂੰ ਕਹੇ ਕਿ ਸਰ ਗੁੱਡ ਕੋਲੈਸਟਰੋਲ ਕੀ ਆ, ਤਾਂ ਮੈਂ ਕਹੂੰਗਾ ਹਾਈ ਡੈਂਸਿਟੀ ਲਿਪੋਪ੍ਰੋਟੀਨ। ਬੈਡ ਕੋਲੈਸਟਰੋਲ ਵੱਧਦਾ ਜਦੋਂ ਤੁਸੀਂ ਸੈਚੂਰੇਟਡ ਫੈਟ ਖਾਂਦੇ ਹੋ, ਜਿਹਦੇ 'ਚ ਕਿ ਤੁਸੀਂ ਮੀਟ ਪ੍ਰੋਡਕਟਸ ਵਗੈਰਾ ਬਹੁਤ ਖਾ ਰਹੇ ਹੋ, ਤੁਸੀਂ ਮਤਲਬ ਕਿ ਜ਼ਿਆਦਾ ਚਰਬੀ ਵਾਲੇ ਪ੍ਰੋਡਕਟਸ ਖਾ ਰਹੇ ਹੋ, ਜਾਂ ਤੁਸੀਂ ਜ਼ਿਆਦਾ ਮਤਲਬ ਕਿ ਘੀ ਵਗੈਰਾ ਖਾ ਰਹੇ ਹੋ ਇੱਕ ਲਿਮਿਟ ਤੋਂ ਵੱਧ, ਜਿਹਦੇ ਨਾਲ ਇੱਕ ਪਰਸੈਂਟੇਜ ਤੋਂ ਵੱਧ ਤੁਹਾਡੇ ਸਰੀਰ ਦੇ ਵਿੱਚ ਉਹਦਾ ਇਨਟੇਕ ਹੋਵੇ। ਇਸ ਤੋਂ ਉਲਟ ਜੇ ਤੁਸੀਂ ਅਨਸੈਚੂਰੇਟਡ ਫੈਟਸ ਲੈ ਰਹੇ ਹੋ, ਜਿਹਦੇ 'ਚ ਤੁਹਾਨੂੰ ਮੈਂ ਦੱਸਤਾ ਓਲੀਵ ਆਇਲ ਹੋ ਗਿਆ, ਸਧਾਰਨ ਤੇਲ ਹੋ ਗਏ ਜਿਹੜੇ ਆਪਣੇ ਵੈਜੀਟੇਬਲਸ ਦੇ, ਸੋ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ। ਗੁੱਡ ਕੋਲੈਸਟਰੋਲ ਹੀ ਵੱਧਦਾ ਹੈ, ਹਾਈ ਡੈਂਸਿਟੀ ਲਿਪੋਪ੍ਰੋਟੀਨ ਹੀ ਵੱਧਦਾ ਹੈ। ਜਿਹੜਾ ਕੋਲੈਸਟਰੋਲ ਦਾ ਕੰਮ ਆ ਉਹਨੇ ਕਰਨਾ ਹੀ ਕਰਨਾ ਹੈ, ਪਰ ਉਹ ਨੁਕਸਾਨ ਕੋਈ ਨਹੀਂ ਕਰਦਾ ਕਿਉਂਕਿ ਉਹ ਸਰੀਰ 'ਚੋਂ ਨਿਕਲ ਬੜੀ ਛੇਤੀ ਜਾਂਦਾ ਹੈ। ਠੀਕ ਆ, ਐਕਸਕ੍ਰੀਟ ਬਾਹਰ ਛੇਤੀ ਨਿਕਲ ਜਾਂਦਾ ਹੈ। ਆਹ ਲੋ ਜੀ, ਆ ਗੱਲ ਕਲੀਅਰ ਹੋ ਗਈ ਆਪਣੇ ਕੋਲ। ਸੋ ਜੇ ਕੋਈ ਕਹੇ ਕਿ ਸੈਚੂਰੇਟਡ ਫੂਡ ਹੁੰਦਾ ਕਿਹਦੇ 'ਚ? ਮਿਲਕ, ਬਟਰ, ਚੀਜ਼, ਕੋਕੋਨਟ ਆਇਲ ਵਗੈਰਾ, ਜਾਂ ਵੈਜੀਟੇਬਲ, ਜ਼ਿਆਦਾਤਰ ਆ ਪੀਨਟ ਵਗੈਰਾ, ਫਰਾਈਡ ਫਰੂਟਸ ਵਗੈਰਾ 'ਚ। ਤੇ ਇਹ ਕਿਹਦੇ 'ਚ ਹੁੰਦਾ ਆਪਣੇ ਕੋਲ? ਦੇਖੋ, ਸਨਫਲਾਵਰ, ਸੋਇਆਬੀਨ, ਫਿਸ਼ ਆਇਲ ਆ, ਓਲੀਵ ਆਇਲ ਆ। ਸੋ ਇਹਦੇ 'ਚ ਸਾਨੂੰ ਜ਼ਿਆਦਾ ਇਹ ਮਿਲਦਾ ਹੈ। ਠੀਕ ਆ, ਇਹ ਤਾਂ ਹੋ ਗਿਆ ਆਪਣਾ ਕੰਸੈਪਟ ਕਲੀਅਰ, ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ। ਤੇ ਆ ਥੋੜੀ ਜੀ ਮੈਂ ਤੁਹਾਨੂੰ ਆਹ ਫੋਟੋ ਜਿਹੜੀ ਆ ਇਹਦੇ ਬਾਰੇ ਥੋੜਾ ਜਿਹਾ ਅੱਗੇ ਜਾ ਕੇ ਡਿਸਕਸ ਕਰੂੰਗਾ ਕਿ ਆ ਫੋਟੋ 'ਚ ਆਪਾਂ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਆ, ਹਾਂ। ਹੁਣ ਥੋੜਾ ਜਿਹਾ ਪਹਿਲਾਂ ਮੈਂ, ਕਿਉਂਕਿ ਮੈਂ ਸੀਕੁਐਂਸ 'ਚ ਐਵੇਂ ਪੜ੍ਹਾ ਰਿਹਾ ਕਿ ਜਿਹੜੀ ਚੀਜ਼ ਪਹਿਲਾਂ ਸਮਝ ਆਉਣੀ ਆ ਉਹਨੂੰ ਪਹਿਲਾਂ ਪੜ੍ਹਾਤਾ। ਹੁਣ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਵਾਰੀ ਕੋਲੈਸਟਰੋਲ ਬਾਰੇ ਦੱਸਦਾ। ਸਾਡੇ ਸਰੀਰ 'ਚ ਕੋਲੈਸਟਰੋਲ ਹੈ ਕੀ ਆ? ਲਿਪੋਪ੍ਰੋਟੀਨ।
मतलब कि फैट ते प्रोटीन का मिश्रण आ। लिपिड्स मतलब फैट ते प्रोटीन, ठीक है। सो कोलेस्ट्रॉल साडे शरीर दे विच एक लिपोप्रोटीन आ जिहड़ा जां तां साडे शरीर च लीवर च पैदा हुंदा है, पहली गल, ते जां ये साडे शरीर च भोजन के रूप च सानू बाहरों मिलता है, ठीक है। चीज़ वगैरह वगैरह तो प्लांट्स ते मन के चलो प्लांट्स तो सानू बहुत घट मिलता है, वैजीटेबल्स तो बहुत घट मिलता है, ज़्यादातर सानू ये एनीमल प्रोडक्ट्स तो मिलता है, जां कोलेस्ट्रॉल सानू डेयरी प्रोडक्ट्स तो मिलता है। मतलब कि जे साडे शरीर च कोलेस्ट्रॉल घट आ तां ज़्यादा कारण की हो सकता है, स्थितियां की हो सकदियां कि डेयरी प्रोडक्ट्स नूं अवॉइड कर रहे हैं असीं ते दूजा असीं वैजीटेरियन, ठीक है। इस सूरत च साडे शरीर च कोलेस्ट्रॉल की अमाउंट घट सकती है, लिपोप्रोटीन की वैल्यू घट जाती है। हुण ये लिपोप्रोटीन जिहड़ा है ये दो तरीके का हुंदा है, एक लो डेंसिटी घट संघनता वाला ते एक ज़्यादा संघनता वाला लिपोप्रोटीन। ये दो टाइप का जिहड़ा लिपोप्रोटीन है, एक नूं कहंदे आ LDL लो डेंसिटी लिपोप्रोटीन, एक हुंदा हाई डेंसिटी लिपोप्रोटीन। बेसिकली ये तो पता लग गया, तो मैं एक निशाना रखता कि इस लिपोप्रोटीन नूं, इस लो डेंसिटी वाले लिपोप्रोटीन नूं लोग बैड कोलेस्ट्रॉल कहंदे आ, ते इस हाई डेंसिटी के लिपोप्रोटीन नूं लोग की कहंदे आ, गुड कोलेस्ट्रॉल कहंदे आ। आखिर ये कहानी की है, पहला तो ये समझ लो कि अपना कोलेस्ट्रॉल का शरीर च काम की है, मेन काम जिहड़े करदा साडे शरीर च नवे टिश्यूज़ बनाउण दा काम ਇਹਦੇ 'ਚ ਤੇ ਜਿਹੜੇ ਸਾਡੇ ਟਿਸ਼ੂਜ਼ ਡੈਮੇਜ ਹੋ ਚੁੱਕੇ ਆ, ਕਿਉਂਕਿ ਸਾਡੇ ਸਰੀਰ ਇੱਕ ਆਰਗੈਨਿਜ਼ਮ ਆ, ਇਹ ਵੱਖਰੇ ਵੱਖਰੇ ਅੰਗਾਂ ਤੋਂ ਆਰਗਨਸ ਤੋਂ ਬਣਦਾ ਹੈ, ਆਰਗਨਸ ਵੱਖਰੇ ਵੱਖਰੇ ਟਿਸ਼ੂਜ਼ ਤੋਂ ਬਣਦੇ ਆ। ਟਿਸ਼ੂਜ਼ ਦੀ ਰਿਪੇਅਰ ਦੇ ਵਿੱਚ ਇਹਦਾ ਰੋਲ ਆਉਂਦਾ ਹੈ। ਦੂਜਾ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਹਾਰਮੋਨਸ ਨੂੰ ਪੈਦਾ ਕਰਨ ਦੇ ਵਿੱਚ ਇਹਦਾ ਰੋਲ ਆ, ਐਸਟ੍ਰੋਜਨ ਵਗੈਰਾ 'ਚ कोलेस्ट्रॉल का रोल आ। सो जे साडे शरीर च कोलेस्ट्रॉल का इनटेक घट आ तां साडे शरीर च हारमोनल डिजीज़ हो सकदियां है, साडे शरीर दीयां ग्रंथियां प्रॉपरली काम नहीं करनगियां, साडीयां एंडोक्राइन ग्लैंड्स प्रॉपरली काम करन, इस करके साडे शरीर च हारमोनल बैलेंस होना चाहिए है, उहदे च कोलेस्ट्रॉल का एक रोल आ। दूजी गल साडे शरीर के लीवर च ये पैदा होंदा है, तो लीवर च बाइल जूस भी पैदा होंदा है, जिहड़ा साडे शरीर च एक बड़ा तगड़ा डाइजैसटिव जूस आ, जिहड़ा साडे पाचन तंत्र का बड़ा तगड़ा जूस आ, उहनूं पैदा करन च भी इहदा रोल आ। साडे शरीर च असीं धुप्प लैंदे आ, धुप्प तो असीं की कहंदे आ कि किहड़ा विटामिन मिलिया है, डी। धुप्प नूं विटामिन डी च, धुप्प विटामिन डी नूं थोड़ा है, धुप्प नूं विटामिन डी च कन्वर्ट करना पैंदा है, धुप्प नूं विटामिन डी च कन्वर्ट करन दा काम भी इसे दा ही आ। नैक्सट हुण ये गल तां सानूं समझ आ गई कि कोलेस्ट्रॉल का काम आ, ब्लड के थ्रू ये साडे शरीर के अंगां तक शरीर के वक्रे वक्रे टिश्यूज़ तक पहुँचता है, किसी डैमेज्ड टिश्यू नूं रिपेयर कर रहा, कुछ कर रहा, जो भी करना ये साडे ब्लड के थ्रू पहुँचता है। साडे ब्लड च दो तरीके का कोलेस्ट्रॉल हुंदा है, एक लो डेंसिटी, एक किहड़ा हाई डेंसिटी। जिहड़ा ते हाई डेंसिटी आ ज़्यादा संघनता वाला है, वो तो ब्लड च जोर दे के लंघ जाता है अंदरों, पर जिहड़ा लो डेंसिटी लिपोप्रोटीन आ LDL आ, जिहड़ा जिन्हों असीं लो डेंसिटी लिपोप्रोटीन कहने आ, ਉਹਦੀ ਡੈਂਸਿਟੀ ਸੰਘਣਾਪਣ ਜ਼ਿਆਦਾ ਨਾ ਹੋਣ ਕਰਕੇ ਜਦੋਂ ਉਹ ਬਲੱਡ ਵੈਸਲਸ ਦੇ ਵਿੱਚੋਂ, ਧਮਨੀਆਂ ਦੇ ਵਿੱਚੋਂ, ਆਰਟਰੀਜ਼ ਦੇ ਵਿੱਚੋਂ ਲੰਘਦਾ ਹੈ, ਉਹਦਾ ਜ਼ੋਰ ਨਹੀਂ ਚੱਲ ਪਾਉਂਦਾ, ਉਹ ਕਈ ਵਾਰੀ ਨਾ ਉਹ ਨਾਲ ਡਿਪੋਜ਼ਿਟ ਹੋ ਕੇ ਹਲਕਾ ਹੋਣ ਕਰਕੇ ਉੱਥੇ ਜੰਮ ਜਾਂਦਾ ਹੈ। ਸੋ ਉਹ ਵਾਲਾ ਲੋ ਪ੍ਰੋਟੀਨ, ਲੋ ਡੈਂਸਿਟੀ ਲਿਪੋਪ੍ਰੋਟੀਨ ਜਿਹੜਾ ਹੈ ਉਹ ਸਾਡੇ ਸਰੀਰ ਦੀਆਂ आर्टरीज जानी कि धमनियां जिन्हां चों साफ खून फ्लो करता है, साडे शरीर के वक्रे वक्रे अंगां दे वक्रे वक्रे टिश्यूज़ दीयां वक्रियां वक्रियां सैल्स तक पहुँचता है, कोशिकावां तक पहुँचता है, उन्हां दे विच जम जाता है लो डेंसिटी लिपोप्रोटीन, तो वो फिर आर्टरीज के अगे ब्लॉकेज का काम करना शुरू कर दिंदा है। इसे करके लो डेंसिटी लिपोप्रोटीन नूं असीं की कहने भला, बैड कोलेस्ट्रॉल कि गुड कोलेस्ट्रॉल, बैड कोलेस्ट्रॉल। सो हुण एक गल तां समझ आ गई कि कोलेस्ट्रॉल चाहिए है, कोलेस्ट्रॉल शरीर के वक्रे वक्रे अंगां तक जाके की कार्रवाई पाउंदा है, उत्थों तक जाण वाला जिहड़ा लो डेंसिटी लिपोप्रोटीन आ ते हाई डेंसिटी, लो डेंसिटी ते हाई डेंसिटी कोई बहुता फर्क नहीं, काम कोलेस्ट्रॉल ने उही करना है, चाहे लो डेंसिटी वाला चाहे हाई डेंसिटी वाला, पर हाई डेंसिटी वाला खतरा नहीं गा, वो आर्टरीज च जमदा नहीं, वो सीधा लंघ जाता है, अपना काम करता है तो शरीर चों वाश आउट हो जाता है। लो डेंसिटी लिपोप्रोटीन आर्टरीज दीयां कंधां नाल चिपकिया रहिंदा है। जदों असीं कहंदे आ कि साडी एक पाइप दे विच मोटा कचरा है, मोटे पत्थरदार कचरा फसिया होया है, वो फसदा नहीं विच, वो तो पानी नाल लंघ ही जाता है, पर छोटा छोटा कचरा जिहड़ा है वो कई वारी की हुंदा साडी नाली दे विच जम जाता है,
ਛੋਟਾ ਕਚਰਾ ਘੱਟ ਡੈਂਸਿਟੀ ਵਾਲਾ ਜਿਹੜਾ ਲਿਪੋਪ੍ਰੋਟੀਨ ਆ ਉਹ ਡਿਪੋਜ਼ਿਟ ਹੋ ਜਾਂਦਾ ਆਰਟਰੀਜ਼ ਦੇ ਵਿੱਚ, ਕਿਉਂਕਿ ਆਰਟਰੀਜ਼ ਨੂੰ ਦੀਆਂ ਜਿਹੜੀਆਂ ਵਾਲਸ ਨੇ, ਕੰਧਾਂ ਨੇ, ਉਹਨੂੰ ਅਬਜ਼ੌਰਬ ਕਰ ਲੈਂਦੀਆਂ। ਪਰ ਹਾਈ ਡੈਂਸਿਟੀ ਲਿਪੋਪ੍ਰੋਟੀਨ ਤਾਂ ਵਿੱਚੋਂ ਲੰਘ ਜਾਂਦਾ ਹੈ, ਇਸੇ ਕਰਕੇ ਉਹ ਗੁੱਡ ਕੋਲੈਸਟਰੋਲ ਆ, ਉਹਨੂੰ 30% ਤੱਕ ਕੰਜ਼ਿਊਮ ਕੀਤਾ ਜਾ ਸਕਦਾ ਹੈ। ਠੀਕ ਆ, ਉਹ ਸਰੀਰ 'ਚ ਕੋਈ ਬਹੁਤਾ ਨੁਕਸਾਨਦਾਇਕ ਨਹੀਂ ਗਾ, ਇਸੇ ਕਰਕੇ ਉਹ ਗੁੱਡ ਕੋਲੈਸਟਰੋਲ ਆ। ਵੈਸੇ ਉਹਦੀਆਂ ਕੋਈ ਅਛਾਈਆਂ ਨੇ, ਐਵੇਂ ਦੀ ਕੋਈ ਗੱਲ ਨਹੀਂ, ਤੁਹਾਡੇ ਸਾਹਮਣੇ ਆ ਜੋ ਮੈਂ ਦੱਸਦਾ ਤੁਹਾਨੂੰ। ਲੋ ਡੈਂਸਿਟੀ ਲਿਪੋਪ੍ਰੋਟੀਨ ਨੂੰ ਪੈਦਾ ਕਰਨ ਦੇ ਵਿੱਚ ਜ਼ਿਆਦਾ ਜ਼ਿੰਮੇਵਾਰੀ ਮੰਨੀ ਜਾਂਦੀ ਆ ਸੈਚੂਰੇਟਡ ਫੈਟਸ ਦੀ। ਸੈਚੂਰੇਟਡ ਫੈਟਸ ਜਿਹੜੇ ਆ ਉਹ ਲੋ ਡੈਂਸਿਟੀ ਲਿਪੋਪ੍ਰੋਟੀਨ ਨੂੰ ਬਹੁਤ ਜ਼ਿਆਦਾ ਵਧਾਉਂਦੇ ਆ। ਇਹਦੇ ਨਾਲ ਨਾਲ ਟਰਾਂਸ ਫੈਟਸ ਵੀ ਇਹਦੇ ਲਈ ਇਕੁਅਲੀ ਰਿਸਪੌਂਸੀਬਲ ਨੇ। ਪਰ ਦੂਜੇ ਪਾਸੇ ਹਾਈ ਡੈਂਸਿਟੀ ਲਿਪੋਪ੍ਰੋਟੀਨ ਵਾਸਤੇ ਅਨਸੈਚੂਰੇਟਡ ਫੈਟਸ ਦਾ ਰੋਲ ਦੇਖਿਆ ਗਿਆ ਹੈ। ਇਸੇ ਕਰਕੇ ਕਹਿੰਦੇ ਜੇ ਹਾਈ ਡੈਂਸਿਟੀ ਲਿਪੋਪ੍ਰੋਟੀਨ ਸਾਡੇ ਸਰੀਰ 'ਚ ਵੱਧਦਾ ਵੀ ਆ, ਕਿੰਨਾ ਕੁ ਖਤਰਾ ਹੈ ਕਿਤੇ, ਇਸ ਕਰਕੇ ਤੁਸੀਂ ਅਨਸੈਚੂਰੇਟਡ ਫੈਟਸ ਖਾ ਸਕਦੇ ਹੋ, ਅਵੋਇਡ ਨਹੀਂ ਕਰ ਸਕਦੇ ਜੇ ਬਚ ਦੀ ਲੋੜ ਨਹੀਂ। ਇਸ ਤੋਂ ਉਲਟ ਲੋ ਡੈਂਸਿਟੀ ਲਿਪੋਪ੍ਰੋਟੀਨਸ ਜਿਹੜੇ ਕਿ ਸੈਚੂਰੇਟਡ ਫੈਟ ਤੋਂ ਮਿਲਦੇ ਆ, ਸੈਚੂਰੇਟਡ ਫੈਟ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਲੋ ਡੈਂਸਿਟੀ ਲਿਪੋਪ੍ਰੋਟੀਨ ਬੈਡ ਕੋਲੈਸਟਰੋਲ ਦਾ ਸਰੋਤ ਆ, ਇਹਨੂੰ ਅਵੋਇਡ ਕਰੋ। ਅਦਰਵਾਈਜ਼ ਤੁਹਾਡੀਆਂ ਆਰਟਰੀਜ਼ ਜਿਹੜੀਆਂ ਨੇ ਉਹ ਜੰਮ ਜਾਣਗੀਆਂ, ਬਲੋਕੇਜ ਸ਼ੁਰੂ ਹੋ ਜਾਊਗੀ, ਧਮਨੀਆਂ ਜਿਹੜੀਆਂ ਨੇ ਉਹ ਸਾਫ਼ ਨਹੀਂ ਰਹਿਣਗੀਆਂ। ਠੀਕ ਆ, ਸੋ ਉਹਨਾਂ ਦੀ ਬਲੋਕੇਜ ਜਿਹੜੀ ਆ ਕਿਸੇ ਵੀ ਤਰੀਕੇ ਨਾਲ ਕਾਰਡੀਵੈਸਕੂਲਰ, ਦਿਲ ਦੀਆਂ ਬਿਮਾਰੀਆਂ ਜਾਂ ਸਟ੍ਰੋਕ, ਅਟੈਕ, ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦਾ ਕਾਰਨ ਬਣ ਸਕਦੀਆਂ ਨੇ। ਕੋਲੈਸਟਰੋਲ ਦੀ ਇਹ ਪ੍ਰੋਬਲਮ ਆ, ਟੈਕਨੀਕਲੀ ਸੈਚੂਰੇਟਡ ਫੈਟਸ ਕਿਤੇ ਨਾ ਕਿਸੇ ਹੱਦ ਤੱਕ ਜਿਹੜੀ ਆ ਉਹ ਇਹਦੇ ਲਈ ਰਿਸਪੌਂਸੀਬਲ ਹੈਗੇ ਆ। ਠੀਕ ਆ, ਸੋ ਇੱਕ ਗੱਲ ਤਾਂ ਸਾਨੂੰ ਸਮਝ ਆ ਗਈ ਕਿ ਇਹ ਬੇਸਿਕਲੀ ਕੋਲੈਸਟਰੋਲ ਜਿਹੜਾ ਹੈ ਇਹਦੀ ਕਹਾਣੀ ਕੀ ਆ, ਲੋ ਡੈਂਸਿਟੀ ਲਿਪੋਪ੍ਰੋਟੀਨ ਤੇ ਹਾਈ ਡੈਂਸਿਟੀ ਲਿਪੋਪ੍ਰੋਟੀਨ 'ਚ ਫਰਕ ਕੀ ਆ। ਸੋ ਇਹ ਵੀ ਆਪਾਂ ਨੂੰ ਕਹਾਣੀ ਹੋ ਗਈ ਕਲੀਅਰ। ਹੁਣ ਦੇਖੋ ਨੈਕਸਟ, ਇਹ ਤਾਂ ਆਪਾਂ ਨੂੰ ਸਾਰੀ ਕਹਾਣੀ ਕਲੀਅਰ ਹੋਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਤੀਸਰੇ ਪ੍ਰਕਾਰ ਦੇ ਫੈਟਸ ਤੇ, ਦੈਟ ਇਜ਼ ਟਰਾਂਸ ਫੈਟਸ। ਸੈਚੂਰੇਟਡ ਤੇ ਅਨਸੈਚੂਰੇਟਡ ਤਾਂ ਕਲੀਅਰ ਹੋ ਗਿਆ। ਹੁਣ ਜਿਹੜਾ ਟਰਾਂਸ ਫੈਟਸ ਆ ਉਹ ਕੀ ਚੀਜ਼ ਆ? ਦੇਖੋ ਅਸਲ ਦੇ ਵਿੱਚ ਕੀ ਹੁੰਦਾ, ਸਾਡਾ ਜਿਹੜਾ ਵੈਜੀਟੇਬਲ ਆਇਲ ਆ, ਠੀਕ ਆ, ਜ਼ਿਆਦਾਤਰ ਸਾਡੇ ਜਿਹੜੇ ਵੈਜੀਟੇਬਲ ਆਇਲਸ ਨੇ ਜਿਹਦੇ 'ਚ ਕੀ ਆਪਣਾ ਪੀਨਟ ਹੋ ਗਿਆ ਜਾਂ ਕਿਸੇ ਵੀ ਪ੍ਰਕਾਰ ਦਾ ਸਨਫਲਾਵਰ, ਸੋਇਆਬੀਨ, ਕੋਈ ਵੀ ਆਇਲ ਆ, ਵੈਜੀਟੇਬਲ ਆਇਲ ਆ, ਇਹ ਹੁੰਦਾ ਹੈ ਅਨਸੈਚੂਰੇਟਡ। ਠੀਕ ਆ, ਜਦੋਂ ਇਸ ਅਨਸੈਚੂਰੇਟਡ ਫੈਟ ਨੂੰ ਆਪਾਂ ਹਾਈਡਰੋਜੀਨੇਟ ਕਰ ਲੈਂਦੇ ਆ, ਅਨਸੈਚੂਰੇਟਡ ਫੈਟ ਨੂੰ ਆਪਾਂ ਜਦੋਂ ਹਾਈਡਰੋਜੀਨੇਟ ਕਰ ਲੈਂਦੇ ਆ, ਅਨਸੈਚੂਰੇਟਡ ਫੈਟ ਜਿਹੜਾ ਹੈ ਇਹਦੀ ਹਾਈਡਰੋਜੀਨੇਸ਼ਨ ਦਾ ਮਤਲਬ ਆ H2 ਦਾ ਮਤਲਬ ਆ 2 ਕਣ H ਦੇ, ਹਾਈਡਰੋਜਨ ਦੇ ਕਿੰਨੇ ਕਣ? 2 ਕਣ। ਇਹਨੂੰ ਜਦੋਂ ਇਹਦੇ ਨਾਲ ਕਿਸੇ ਕੈਮੀਕਲ ਰਿਐਕਸ਼ਨ ਨਾਲ ਰਿਐਕਟ ਕਰਾਉਨੇ ਆ, ਆ ਜਾਓ ਇਹਦੀ ਫੋਟੋ ਦਿਖਾਉਣਾ ਮੈਂ ਤੁਹਾਨੂੰ ਕਿ ਜਦੋਂ ਆਪਾਂ ਕਿਸੇ ਡਬਲ ਬੌਂਡ ਵਾਲੇ, ਗੌਰ ਕਰਿਓ ਆ ਜਿਹੜੀਆਂ ਬਿੰਦੀਆਂ ਨੇ ਨਾ, ਆ ਬਿੰਦੀ, ਆ ਬਿੰਦੀ, ਆ ਬਿੰਦੀ, ਆ ਬਿੰਦੀ, ਆ ਬਿੰਦੀ, ਸਾਇੰਸ ਦੇ ਵਿੱਚ ਇਹ ਕਾਰਬਨ ਹੁੰਦੀ ਆ। ਠੀਕ ਆ, ਜਦੋਂ ਤੁਹਾਨੂੰ ਕੋਈ ਕਹੇ ਕਿ ਆਹ ਦੇਖੋ ਆਹ ਇੱਕ ਕੈਮੀਕਲ ਕੰਪਾਊਂਡ ਆ, ਤੁਸੀਂ ਕਹੋਗੇ ਆਹ ਡੰਡੀਆਂ ਜਿਹੀਆਂ ਕੈਮੀਕਲ ਕੰਪਾਊਂਡ ਕਿਵੇਂ ਆ? ਆਹ ਤਾਂ ਚਲੋ ਮੰਨਿਆ ਕਿ ਆ C ਆ ਕੈਮੀਕਲ ਕੰਪਾਊਂਡ ਆ, ਤੁਸੀਂ ਸਾਇੰਸ ਵਾਲੇ ਇਹਨੂੰ ਐਵੇਂ ਵੀ ਬਣਾ ਦਿੰਦੇ ਆ। ਆਹ ਪੁਆਇੰਟ, ਇੱਕ ਆਹ ਪੁਆਇੰਟ ਤੇ ਆਹ ਪੁਆਇੰਟ, 3 ਪੁਆਇੰਟਾਂ ਦਾ ਮਤਲਬ ਆ ਕਿੰਨੀਆਂ ਕਾਰਬਨਸ ਆ? 3 ਕਾਰਬਨਸ। ਤੇ ਇਹਨਾਂ ਦੇ ਵਿੱਚ ਸਿੰਗਲ ਬੌਂਡ ਆ। ਜੇ ਇੱਥੇ ਕਿਸੇ ਨੇ ਐਵੇਂ ਡੰਡੀ ਪਾਤੀ, ਇਹਦਾ ਮਤਲਬ ਇਹਨਾਂ 2 ਕਾਰਬਨਸ ਦੇ ਵਿੱਚ ਕਿਹੜਾ ਬੌਂਡ ਸੀਗਾ? ਡਬਲ ਬੌਂਡ। ਬਿੰਦੀਆਂ ਵੀ ਇਹ ਦੱਸਦੀਆਂ ਕਿ ਇਹ ਇੱਕ ਕੈਮੀਕਲ ਕੰਪਾਊਂਡ ਆ, ਇਹ ਕੋਈ ਰਸਾਇਣਿਕ ਕੰਪਾਊਂਡ ਆ। ਸੋ ਆ ਜਾਓ, ਕਹਿੰਦੇ ਆਹ ਬਿੰਦੀਆਂ ਦੀ ਜਦੋਂ ਹਾਈਡਰੋਜੀਨੇਸ਼ਨ ਕੀਤੀ ਤਾਂ ਆਹ ਵਾਲਾ ਡਬਲ ਬੌਂਡ ਟੁੱਟ ਕੇ ਸਿੰਗਲ ਬੌਂਡ ਬਣ ਗਿਆ। ਦੇਖੋ ਤੁਹਾਡੇ ਸਾਹਮਣੇ ਹੀ ਆ ਕਿ ਇੱਥੇ ਡਬਲ ਬੌਂਡ ਟੁੱਟ ਕੇ ਕੀ ਬਣ ਗਿਆ? ਸਿੰਗਲ ਬੌਂਡ ਬਣ ਗਿਆ। ਠੀਕ ਆ, ਬਾਕੀ 2 ਹੀ ਹਾਈਡਰੋਜਨ ਪਾਏ ਸੀਗੇ, ਸੋ ਆਹ ਡਬਲ ਬੌਂਡ ਟੁੱਟ ਕੇ ਸਿੰਗਲ ਬੌਂਡ ਬਣ ਗਿਆ। ਬੈਲੈਂਸ ਕਰਨ ਤੋਂ ਬਾਅਦ ਬਾਕੀ ਉਵੇਂ ਹੀ ਰਹੇ। ਠੀਕ ਆ, ਹੁਣ ਇੱਕ ਗੱਲ ਹੋਰ, ਇਹ ਕੀ ਹੋਇਆ ਭਲਾ? ਤੁਸੀਂ ਪੰਜਾਬੀ 'ਚ ਇਹ ਸਮਝੋ ਕਿ ਕਿਸੇ ਡਬਲ ਬੌਂਡ ਵਾਲੀ ਕਾਰਬਨ ਦੀ ਜਦੋਂ ਹਾਈਡਰੋਜੀਨੇਸ਼ਨ ਹੁੰਦੀ ਆ ਤਾਂ ਉਹ ਸਿੰਗਲ ਬੌਂਡ 'ਚ ਕਨਵਰਟ ਹੋ ਜਾਂਦਾ ਹੈ, ਇਹਨੂੰ ਕਹਿੰਦੇ ਆ ਹਾਈਡਰੋਜੀਨੇਸ਼ਨ। ਠੀਕ ਆ, ਹੁਣ ਇਹ ਹਾਈਡਰੋਜੀਨੇਸ਼ਨ ਨਾਲ ਕੀ ਹੋਇਆ ਕਿ ਇਹਦੇ 'ਚ ਨਾ ਕਈ ਜਗ੍ਹਾ ਤੇ ਡਬਲ ਬੌਂਡ ਸੀਗੇ, ਠੀਕ ਆ, ਜਦੋਂ ਤੁਸੀਂ ਇਹਦੀ ਹਾਈਡਰੋਜੀਨੇਸ਼ਨ ਕੀਤੀ ਤਾਂ ਇਹਦੇ 'ਚ ਜਿਹੜੇ 5-7 ਡਬਲ ਬੌਂਡ ਸੀ ਉਹਨਾਂ 'ਚੋਂ ਕੁਛ ਕੁ ਇਹਦੇ 'ਚ ਤਬਦੀਲ ਹੋ ਗਏ ਸਿੰਗਲ 'ਚ। ਹਾਈਡਰੋਜੀਨੇਸ਼ਨ ਨਾਲ ਹਮੇਸ਼ਾ ਡਬਲ ਬੌਂਡ ਟੁੱਟ ਕੇ ਸਿੰਗਲ ਬਣ ਜਾਂਦਾ ਹੈ। ਤਾਂ ਇਹਦੇ ਨਾਲ ਕੀ ਹੋਇਆ, ਕੁਛ ਹਿੱਸਾ ਉਹਦਾ ਹਾਈਡਰੋਜੀਨੇਟ ਹੋ ਗਿਆ। ਕੀ ਹੋ ਗਿਆ? ਉਹਦਾ ਕੁਛ ਹਿੱਸਾ ਕੀ ਹੋ ਗਿਆ? ਹਾਈਡਰੋਜੀਨੇਟ ਹੋ ਗਿਆ। ਇਹਦਾ ਮਤਲਬ ਉਸ ਅਨਸੈਚੂਰੇਟਡ ਕੰਪਾਊਂਡ ਦਾ ਕੁਛ ਹਿੱਸਾ ਕੀ ਹੋ ਗਿਆ ਭਲਾ? ਸੈਚੂਰੇਟ ਹੋ ਗਿਆ। ਅਨਸੈਚੂਰੇਟਡ ਕੰਪਾਊਂਡ ਦਾ ਕੁਛ ਹਿੱਸਾ ਕੀ ਹੋ ਗਿਆ? ਸੈਚੂਰੇਟਡ। ਸ਼ਬਦ ਦੁਬਾਰਾ ਸਮਝੋ, ਅਨਸੈਚੂਰੇਟਡ ਦਾ ਮਤਲਬ ਸੀ ਡਬਲ ਬੌਂਡ ਵਾਲਾ ਤੇ ਸੈਚੂਰੇਟਡ ਦਾ ਮਤਲਬ ਕਿੰਨੇ ਬੌਂਡ ਵਾਲਾ? ਸਿੰਗਲ ਬੌਂਡ ਵਾਲਾ। ਤੇ ਅਨਸੈਚੂਰੇਟਡ ਤੋਂ ਸੈਚੂਰੇਟਡ ਹੋਣ ਦਾ ਮਤਲਬ ਇਹ ਹੋ ਗਿਆ ਕਿ ਕੁਛ ਹਿੱਸਾ ਡਬਲ ਬੌਂਡਾਂ 'ਚੋਂ ਕੁਛ ਡਬਲ ਬੌਂਡ ਕਿਹ 'ਚ ਤਬਦੀਲ ਹੋ ਗਏ? ਸਿੰਗਲ ਬੌਂਡ 'ਚ। ਸੋ ਇਸ ਤਰੀਕੇ ਨਾਲ ਜਿਹੜੇ ਫੈਟ ਬਣੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਟਰਾਂਸ ਫੈਟਸ।
ਇਹ ਸਭ ਤੋਂ ਵੱਧ ਖਤਰਨਾਕ ਹੁੰਦੇ ਆ। ਹਾਈਡਰੋਜੀਨੇਸ਼ਨ ਹੁੰਦੀ ਕਿਵੇਂ ਆ, ਹੁਣ ਇਹਦਾ ਪ੍ਰੋਸੈਸ ਸਮਝੋ। ਇੰਡਸਟਰੀਜ਼ ਦੇ ਵਿੱਚ ਹਾਈਡਰੋਜੀਨੇਸ਼ਨ ਕਿਵੇਂ ਕੀਤੀ ਜਾਂਦੀ ਆ? ਅਸਲ ਦੇ ਵਿੱਚ ਇੰਡਸਟਰੀ ਦੇ ਵਿੱਚ ਹਾਈਡਰੋਜਨੇਸ਼ਨ ਕੀਤੀ ਜਾਂਦੀ ਆ। ਸਾਡਾ ਵੈਜੀਟੇਬਲ ਆਇਲ, ਸਾਡਾ ਨਾਰਮਲ ਕੋਈ ਵੀ ਤੇਲ ਲਿਆ ਜਾਂਦਾ ਹੈ, ਚਾਹੇ ਕੋਕੋਨਟ ਦਾ ਚਾਹੇ ਕੋਈ ਵੀ ਤੇਲ ਲਿਆ, ਵੈਜੀਟੇਬਲ ਆਇਲ, ਠੀਕ ਆ। ਇੱਕ ਵੈਜੀਟੇਬਲ ਆਇਲ ਦੀ ਖਾਸੀਅਤ ਕੀ ਹੁੰਦੀ ਆ, ਤੁਸੀਂ ਆਪ ਦੱਸੋ। ਇੱਕ ਵੈਜੀਟੇਬਲ ਆਇਲ ਦੀ ਖਾਸੀਅਤ ਆ ਕਿ ਜੇ ਉਹਨੂੰ ਆਪਾਂ ਫ੍ਰਿਜ 'ਚ ਰੱਖਾਂਗੇ ਤਾਂ ਜੰਮ ਜਾਊਗਾ, ਉਹਨੂੰ ਬਾਹਰ ਰੂਮ ਟੈਂਪਰੇਚਰ ਤੇ ਰੱਖਾਂਗੇ, ਮਤਲਬ ਕਿ ਆਮ ਟੈਂਪਰੇਚਰ ਤੇ ਰੱਖਾਂਗੇ ਤਾਂ ਉਹ ਕੀ ਹੋ ਜਾਊਗਾ, ਲਿਕੁਇਡ ਹੋਊਗਾ, ਤਰਲ ਹੋਊਗਾ। ਪਰ ਤੁਸੀਂ ਇੱਕ ਗੱਲ ਦੇਖਿਆ ਆ, ਤੁਸੀਂ ਕਦੀ ਆ ਜਿਹੜੇ ਵੈਜੀਟੇਬਲ ਘੀ ਦਾ ਡਾਲਡੇ ਦਾ ਪੈਕਟ ਲੈ ਕੇ ਆਏ ਹੋ ਜਾਂ ਘਿਓ ਲੈ ਕੇ ਆਏ ਹੋ, ਇਹ ਬਾਹਰ ਪਿਆ ਹੁੰਦਾ ਤੇ ਫਿਰ ਵੀ ਇਹ ਜੰਮਿਆ ਹੁੰਦਾ, ਸੌਫਟ ਜਿਹਾ ਨਹੀਂ ਹੁੰਦਾ, ਇਹ ਸੈਮੀ ਸੋਲਿਡ ਜਿਹਾ ਹੁੰਦਾ। ਆਪਣੇ ਜਿਹੜੇ ਘਿਓ ਦੇ ਵਿੱਚ, ਜਿਹੜੇ ਡਾਲਡਾ 'ਚ ਆਪਾਂ ਬਣਾਉਂਦੇ ਆ, ਸਬਜ਼ੀ ਬਣਾਉਂਦੇ ਆ ਜਾਂ ਕੁਛ ਵੀ ਬਣਾਉਂਦੇ ਆ, ਤੁਸੀਂ ਦੇਖੋ ਆਪਾਂ ਨੂੰ ਐਵੇਂ ਲੱਗਦਾ ਹੈ ਕਿ ਯਾਰ ਕਿੰਨਾ ਵਧੀਆ ਹੈ। ਹੁਣ ਮੰਨ ਲਓ ਮੈਂ ਤੁਹਾਨੂੰ ਇਹ ਕਹਿ ਦਾਂ ਕਿ ਬਈ ਕਿਸੇ ਵੀ ਪ੍ਰਕਾਰ ਦੇ, ਆਹ ਦੇਖੋ ਇੱਕ ਐਗਜ਼ਾਮਪਲ ਦਿੰਦਾ ਕਿ ਤੁਸੀਂ ਇਹਨਾਂ 'ਚੋਂ ਕਿਸੇ ਵੀ ਪ੍ਰਕਾਰ ਦਾ ਕੋਈ ਕੋਰਨ ਆਇਲ, ਸੋਇਆਬੀਨ ਦਾ ਤੇਲ ਲਓ ਤੇ ਸੋਇਆਬੀਨ ਦੇ ਤੇਲ ਦੇ ਵਿੱਚ ਪਕੌੜੇ ਤਲ ਕੇ ਖਾਓ, ਤਾਂ ਤੁਸੀਂ ਕੀ ਕਰੋਗੇ, ਤੁਸੀਂ ਅਨਸੈਚੂਰੇਟਡ ਫੈਟ ਜਿਹੜਾ ਹੈ ਉਹ ਯੂਜ਼ ਕੀਤਾ ਹੈ। ਤੇ ਅਨਸੈਚੂਰੇਟਡ ਫੈਟ ਤੁਹਾਡੇ ਸਰੀਰ ਦੇ ਵਿੱਚ ਕੀ ਵਧਾ ਰਿਹਾ ਹੈ, ਹਾਈ ਡੈਂਸਿਟੀ ਪ੍ਰੋਟੀਨ ਵਧਾ ਰਿਹਾ ਹੈ, ਮਤਲਬ ਗੁੱਡ ਕੋਲੈਸਟਰੋਲ ਵਧਾ ਰਿਹਾ ਹੈ। ਉਸ ਤਰੀਕੇ ਦੇ ਆਇਲ ਤੋਂ ਬਾਅਦ ਤੁਹਾਨੂੰ ਕੋਈ ਖਤਰਾ ਨਹੀਂ ਹੋਇਆ, ਪਰ ਤੁਹਾਨੂੰ ਲੱਗਦਾ ਹੈ ਕਿ ਉਹਦੇ 'ਚੋਂ ਤੇਲ ਦੀ ਬੜੀ ਸਮੈਲ ਆਉਂਦੀ ਆ, ਤਾਂ ਮੈਂ ਇੱਦਾਂ ਕਰਦਾ ਡਾਲਡਾ 'ਚ ਉਹਨੂੰ ਯੂਜ਼ ਕਰਨਾ ਹੈ। ਜਿਹੜਾ ਡਾਲਡਾ ਹੈ, ਜਿਹੜਾ ਘਿਓ ਤੁਸੀਂ ਵਰਤਿਆ, ਉਹ ਤੁਸੀਂ ਤਾਂ ਸੈਚੂਰੇਟਡ ਫੈਟ ਵੀ ਨਹੀਂ ਵਰਤਿਆ, ਕਿਹੜਾ ਫੈਟ ਵਰਤ ਰਹੇ ਹੋ, ਟਰਾਂਸ ਫੈਟ। ਆਖਰ ਕਿਵੇਂ ਪਤਾ ਲੱਗਿਆ ਕਿ ਡਾਲਡਾ ਜਿਹੜਾ ਹੈ ਉਹ ਟਰਾਂਸ ਫੈਟ ਆ, ਉਹ ਸੈਚੂਰੇਟਡ ਵੀ ਨਹੀਂ। ਤੁਸੀਂ ਫਿਰ ਕਹਿੰਦੇ ਹੋ ਕਿ ਯਾਰ ਆਪਾਂ ਤੇਲ 'ਚ ਥੋੜ੍ਹਾ ਖਾਵਾਂਗੇ, ਓਲੀਵ ਆਇਲ ਹੋ ਗਿਆ ਜਾਂ ਸੋਇਆਬੀਨ ਦਾ ਤੇਲ, ਇਹਦੇ ਨਾਲੋਂ ਆਪਾਂ ਦੇਸੀ ਘਿਓ 'ਚ ਪਕੌੜੇ ਤਲਦੇ ਹਾਂ। ਸਾਡੇ ਲੋਕਾਂ ਨੂੰ ਤਾਂ ਕਈ ਵਾਰੀ ਇਹ ਵੀ ਸਮਝ ਨਹੀਂ ਆਉਂਦੀ, ਇਹ ਕਹੀ ਜਾਣਗੇ ਕਿ ਖੰਡ ਦੀ ਜਗ੍ਹਾ 'ਤੇ ਨਾ ਉਹ ਵਰਤੋ, ਕੀ ਹੁੰਦੀ ਆ ਉਹ, ਸ਼ੱਕਰ ਵਰਤੋ, ਠੀਕ ਆ, ਉਹ ਨੈਚੁਰਲ ਆ। ਮੈਂ ਇਸ ਗੱਲ ਤੋਂ ਹੈਰਾਨ ਆ ਕਿ ਸ਼ੂਗਰ ਹੀ ਹੁੰਦੀ ਆ, ਠੀਕ ਆ। ਸ਼ੂਗਰ ਦੇ ਵਿੱਚ ਉਹੀ C6H12O6 ਆ, ਉਹਨੇ ਸ਼ੂਗਰ ਹੀ ਰਹਿਣਾ ਹੈ। ਤਾਂ ਅਸਲ 'ਚ ਚੰਗੇ ਮਾੜੇ ਦਾ ਤਾਂ ਸਿਰਫ ਇੰਨਾ ਕੁ ਫਰਕ ਆ ਕਿ ਕੈਮੀਕਲ ਪ੍ਰੋਸੈਸ ਨਾਲ ਬਣੀ ਹੋਣ ਕਰਕੇ ਜਿਹੜੀ ਨਾਰਮਲ ਖੰਡ ਆ ਉਹਦੇ 'ਚ ਕੁਝ ਰਸਾਇਣ ਨੇ ਜਿਹੜੇ ਵੱਧ ਨੇ, ਕੁਝ ਕੈਮੀਕਲ ਰਸਾਇਣ ਵੱਧ ਨੇ। ਅਦਰਵਾਈਜ਼ ਜਿਹੜੀ ਸ਼ੂਗਰ ਦੀ ਬਿਮਾਰੀ, ਸ਼ੂਗਰ ਕਰਕੇ ਜਿਹੜੀ ਬਿਮਾਰੀ ਦਾ ਤੁਸੀਂ ਸ਼ਿਕਾਰ ਦੁਕਾਨ ਤੋਂ ਲਿਆਂਦੀ ਹੋਈ ਸ਼ੂਗਰ ਕਰਕੇ ਹੋਵੋਗੇ, ਉਸੇ ਬਿਮਾਰੀ ਦਾ ਸ਼ਿਕਾਰ ਤੁਸੀਂ ਸ਼ੱਕਰ ਖਾ ਕੇ ਹੋਵੋਗੇ। ਟੈਕਨੀਕਲੀ ਸਾਨੂੰ ਇਸ ਗੱਲ ਦੀ ਸਮਝ ਅੱਜ ਤੱਕ ਸਾਡੇ ਲੋਕਾਂ ਨੂੰ ਨਹੀਂ ਆਈ, ਸ਼ਾਇਦ ਇਸੇ ਕਰਕੇ ਅਸੀਂ ਹੱਲ ਲੱਭਦੇ ਫਿਰਦੇ ਹਾਂ। ਹੁਣ ਇੱਕ ਸਿੰਪਲ ਜੀ ਗੱਲ ਆ, ਸਾਨੂੰ ਕੋਈ ਕਹੀ ਜਾਣਗੇ ਕਿ ਅੱਛਾ ਤੇਰੀ ਸ਼ੂਗਰ ਵਧੀ ਹੋਈ ਆ, ਤੂੰ ਬਾਹਰ ਦਾ ਖਾਣਾ ਪੀਣਾ ਛੱਡ ਦੇ, ਆ ਘਰੇ ਤੈਨੂੰ ਰੋਟੀ ਖਵਾਉਂਦੇ ਆ। ਘਰੇ ਉਹ ਬਾਹਰ ਉਹ ਭਾਵੇਂ ਕਿਸੇ ਵੀ ਚੀਜ਼ ਦੀ ਰੋਟੀ ਖਾਂਦਾ ਹੋਵੇ, ਪਰ ਜਦੋਂ ਆਪਾਂ ਉਹਨੂੰ ਘਰੇ ਰੋਟੀ ਖਵਾਉਂਦੇ ਆ ਤਾਂ ਘਰ ਦੀ ਰੋਟੀ 'ਚ ਅਸੀਂ ਉਹਨੂੰ ਕਣਕ ਦੀ ਰੋਟੀ ਖਵਾ ਦਿੰਦੇ ਆ। ਕਣਕ ਦੀ ਰੋਟੀ 'ਚ ਗਲੂਕੋਜ਼ ਦੀ ਮਾਤਰਾ ਕਿੰਨੀ ਹੁੰਦੀ ਹੈ ਕਦੀ ਸੋਚਿਆ ਹੀ ਨਹੀਂ ਅਸੀਂ। ਫਿਰ ਸਾਡੇ ਘਰਾਂ 'ਚ ਬੱਚਿਆਂ ਦੇ ਨੱਕ ਚੜ੍ਹ ਜਾਂਦੇ ਆ ਜਦੋਂ ਆਪਾਂ ਕਹਿ ਦਿੰਦੇ ਆ ਓਏ ਆਪਣੀ ਨਾ ਰੋਟੀ ਨਹੀਂ ਸਵਾਦ ਬਣਦੀ, ਇਹਦਾ ਆਟਾ ਮੋਟਾ ਹੈ। ਬਜ਼ੁਰਗ ਲੇਡੀਜ਼ ਕੀ ਕਰਦੀਆਂ, ਫਿਰ ਅੱਜ ਕੱਲ੍ਹ ਦੀਆਂ ਲੇਡੀਜ਼ ਕੀ ਕਰਦੀਆਂ, ਉਹ ਬਰੀਕ ਛਾਣਨੀ ਨਾਲ ਛਾਣਦੀਆਂ, ਉਹ ਬਣ ਜਾਂਦਾ ਮੈਦਾ। ਉਹ ਬਰੀਕ ਛਾਣਨੀ ਨਾਲ ਜਦੋਂ ਉਹ ਮੈਦਾ ਬਣਦਾ ਹੈ, ਉਹਦੇ 'ਚ ਸ਼ੂਗਰ ਗਲੂਕੋਜ਼ ਕੰਟੈਂਟ ਹੋਰ ਵੱਧ ਜਾਂਦਾ ਹੈ। ਅਸੀਂ ਅਕਸਰ ਕਹਿੰਦੇ ਆ ਕਿ ਸਾਡੇ ਦੇਸ਼ 'ਚ ਅਸੀਂ 2023 ਨੂੰ ਈਅਰ ਆਫ ਮਿਲਟਸ ਮਨਾ ਰਹੇ ਹਾਂ। ਭਾਰਤ ਨੇ ਦੁਨੀਆ ਨੂੰ ਕਿਹਾ ਕਿ ਮੋਟੇ ਅਨਾਜ ਜਿਹੜੇ ਆ ਉਹਦੇ ਸਾਲ ਦੇ ਤੌਰ 'ਤੇ 2023 ਨੂੰ ਮਨਾਓ ਅਤੇ ਭਾਰਤ ਮੋਟੇ ਅਨਾਜ ਵੱਲ ਨੂੰ ਜਾਵੇ। ਮੋਟਾ ਅਨਾਜ ਰਾਗੀ, ਬਾਜਰਾ, ਕੋਦਰਾ, ਠੀਕ ਆ। ਪਿੱਛੇ ਜਦੋਂ ਗੁਰੂ ਨਾਨਕ ਦੇਵ ਦੀ ਸ਼ਤਾਬਦੀ ਮਨਾਈ ਗਈ ਸੀਗੀ ਆਪਣੀ, ਤਾਂ ਉਦੋਂ 550ਵੀਂ, ਤਾਂ ਪੂਰੇ ਇੰਡੀਆ 'ਚ ਇਹ ਗੱਲ ਕਹੀ ਗਈ ਸੀਗੀ ਕਿ ਕੋਦਰੇ ਦੀ ਰੋਟੀ ਜਿਹੜੀ ਗੁਰੂ ਨਾਨਕ ਦੇਵ ਦੇ ਵੇਲੇ ਮਸ਼ਹੂਰ ਸੀ, ਉਹਨਾਂ ਦੇ ਸਮਿਆਂ 'ਚ ਉਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ। ਗੁਰੂ ਨਾਨਕ ਦੇਵ ਦੇ ਸਮੇਂ ਰੋਟੀ ਮਸ਼ਹੂਰ ਸੀ ਕਿ ਨਹੀਂ, ਉਹ ਤਾਂ ਇੱਕ ਹਿਸਟੋਰੀਕਲ ਫੈਕਟ ਆ, ਉਹਦੇ 'ਤੇ ਲੋਕ ਬਹਿਸ ਕਰ ਸਕਦੇ ਆ ਕਿ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ, ਪਰ ਇੱਕ ਤਾਂ ਫੈਕਟ, ਸਾਇੰਟੀਫਿਕ ਫੈਕਟ ਹੈਗਾ ਨਾ ਕਿ ਉਹ ਮੋਟੇ ਅਨਾਜ ਦੀ ਰੋਟੀ ਆ, ਅਤੇ ਮੋਟੇ ਅਨਾਜ ਦੇ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸੋ ਟੈਕਨੀਕਲੀ ਸਾਨੂੰ ਸਮਝਣਾ ਪਊਗਾ ਕਿ ਅਸੀਂ ਜੇ ਹਰ ਇੱਕ ਚੀਜ਼ ਜੋ ਘਰੇ ਬਣੀ ਆ ਉਹ ਚੰਗੀ ਕਦੇ ਨਹੀਂ ਹੋ ਸਕਦੀ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਦੂਜੀ ਵਾਰ ਗਰਮ ਕਰਕੇ ਉਹਦੇ 'ਤੇ ਤੇਲ ਲਾ ਕੇ ਉਹਨੂੰ ਸਿੱਟਦੇ ਹੋ ਨਾ, ਤਾਂ ਤੁਸੀਂ ਉਹਨੂੰ ਪਤਾ ਕੀ ਕਰ ਰਹੇ ਹੋ, ਦਿਸ ਇਜ਼ ਪ੍ਰੋਸੈਸ ਆਫ ਹਾਈਡਰੋਜੀਨੇਸ਼ਨ। ਤੁਸੀਂ ਉਸ ਰੋਟੀ ਦੇ ਉੱਪਰ ਮੱਖਣ ਲਾਇਆ, ਉਹਨੂੰ ਦੁਪਹਿਰੇ ਗਰਮ ਕਰਨ ਲੱਗੇ ਦੁਬਾਰਾ ਫਿਰ ਤੇਲ ਲਾ ਕੇ ਗਰਮ ਕਰਤਾ, ਇਟ ਇਜ਼ ਹਾਈਡਰੋਜੀਨੇਟਡ। ਉਹ ਇੱਕ ਟਰਾਂਸ ਫੈਟ ਦਾ ਰੂਪ ਅਖਤਿਆਰ ਕਰ ਰਹੀ ਆ। ਪਹਿਲਾਂ ਉਹ ਮਤਲਬ ਕਿ ਪਹਿਲਾਂ ਉਹ ਸੈਚੂਰੇਟਡ ਜਾਂ ਅਨਸੈਚੂਰੇਟਡ ਫੂਡ ਸੀ, ਉਸ ਤੋਂ ਬਾਅਦ ਉਹ ਟਰਾਂਸ ਫੈਟ ਬਣ ਚੁੱਕੀ ਆ।
ਤਾਂ ਟਰਾਂਸ ਫੈਟ ਬਹੁਤ ਵੱਧ ਖਤਰਨਾਕ ਹੁੰਦਾ ਹੈ। ਸਭ ਤੋਂ ਵੱਧ ਇਹ ਕਿਹਦੇ 'ਚ ਪਾਇਆ ਜਾਂਦਾ ਹੈ ਟਰਾਂਸ ਫੈਟ? ਤੁਸੀਂ ਇਹ ਦੇਖੋ ਕਿ ਇਹਨਾਂ 'ਚ ਇਹ ਕਿਹੜੀਆਂ ਚੀਜ਼ਾਂ ਨੂੰ ਬਣਾਉਣ 'ਚ ਸਭ ਤੋਂ ਵੱਧ ਲਾਹੇਵੰਦ ਆ। ਇੱਕ ਤਾਂ ਇਹ ਦੁਨੀਆ 'ਚ ਇੱਕ ਡਿਫਰੈਂਟ ਜਿਹੇ ਟਾਈਪ ਦਾ ਟੇਸਟ ਕ੍ਰੀਏਟ ਕਰਦਾ ਹੈ ਟਰਾਂਸ ਫੈਟਸ ਜਿਹੜੇ ਆ, ਠੀਕ ਆ। ਜਿਹੜੇ ਆਪਣਾ ਬਨਸਪਤੀ ਘਿਓ ਆ, ਠੀਕ ਆ, ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਬਨਸਪਤੀ ਘਿਓ 'ਚ ਬਣਾਓ ਤਾਂ ਉਹਦਾ ਟੇਸਟ ਜਿਹੜਾ ਇਹ ਇੱਕ ਡਿਫਰੈਂਟ ਜਿਹਾ ਟੇਸਟ ਆ, ਜਿਹੜਾ ਕਿ ਆਮ ਤੇਲ ਦੀਆਂ ਚੀਜ਼ਾਂ ਤੋਂ ਜਮਾ ਡਿਫਰੈਂਟ ਹੋ ਜਾਂਦਾ ਹੈ। ਬਿਕੋਜ਼ ਜਦੋਂ ਤੁਸੀਂ ਇਹਦੇ 'ਚੋਂ ਕੋਈ ਚੀਜ਼ ਬਣਾ ਕੇ ਕੱਢਦੇ ਹੋ ਤਾਂ ਬੜੀ ਸਾਫ਼ ਸੁਥਰੀ ਜੀ ਤੁਹਾਨੂੰ ਲੱਗਦੀ ਆ, ਐਜ਼ ਕੰਪੇਅਰ ਟੂ ਸਮੈਲ ਨਹੀਂ ਆਉਂਦੀ ਇਹਦੇ 'ਚੋਂ। ਤਾਂ ਇਹਦੇ ਨਾਲ ਕੀ ਹੁੰਦਾ ਕਿ ਆਮ ਇਹ ਬੜੀ ਟੇਸਟੀ ਹੁੰਦੀ ਆ ਚੀਜ਼ ਅਤੇ ਬੜੀ ਸਾਫ਼ ਲੱਗਦੀ ਆ। ਤਾਂ ਇਹਦਾ ਫਾਇਦਾ ਸਿਰਫ ਇਹ ਆ ਕਿ ਇਹ ਦੇਖਣ ਨੂੰ ਅਟਰੈਕਟਿਵ ਹੁੰਦੀ ਆ, ਫਰੈਸ਼ ਫੀਲ ਹੁੰਦੀ ਆ, ਬਟ ਇਹ ਟਰਾਂਸ ਫੈਟ ਤੋਂ ਬਣੀ ਹੋਣ ਕਰਕੇ ਸਾਡੇ ਸਰੀਰ ਦੇ ਵਿੱਚ ਕਿਹੜੇ ਤਰੀਕੇ ਦੇ ਲਿਪੋਪ੍ਰੋਟੀਨ ਨੂੰ ਵਧਾ ਦਿੰਦੀ ਆ? ਲੋ ਡੈਂਸਿਟੀ ਲਿਪੋਪ੍ਰੋਟੀਨ, ਜਿਹਨੂੰ ਅਸੀਂ ਕੀ ਕਹਿੰਦੇ ਆ? ਬੈਡ ਕੋਲੈਸਟਰੋਲ। ਤੁਸੀਂ ਆਹ ਦੇਖੋ ਇਸ ਫੋਟੋ 'ਚ ਇੱਥੇ ਤੇ ਇੱਥੇ ਕ੍ਰਾਸ ਲੱਗਿਆ ਹੋਇਆ ਹੈ। ਕਿਸੇ ਨੂੰ ਇਹ ਕਹਿਣਾ ਕਿ ਮੈਨੂੰ ਡਾਲਡੇ ਚੋਂ ਯਾਨੀ ਕਿ ਹਾਈਡਰੋਜੀਨੇਟਡ ਵੈਜੀਟੇਬਲ ਆਇਲ ਤਾਂ ਇੱਧਰ ਫਾਲ ਕਰੂਗਾ, ਪਰ ਜਿਹੜਾ ਹਾਈਡਰੋਜੀਨੇਟਡ ਵੈਜੀਟੇਬਲ ਆਇਲ ਆ ਉਹ ਕੀ ਹੁੰਦਾ ਭਲਾ? ਵੈਜੀਟੇਬਲ ਕੀ ਬਣ ਜਾਂਦਾ ਹੈ। ਜਦੋਂ ਅਸੀਂ ਕਿਸੇ ਵੀ ਵੈਜੀਟੇਬਲ ਆਇਲ ਦੀ ਹਾਈਡਰੋਜੀਨੇਟਡ ਕਰ ਦਿੰਦੇ ਆ ਤਾਂ ਉਹ ਵੈਜੀਟੇਬਲ ਕੀ ਬਣ ਜਾਂਦਾ, ਜਿਹਨੂੰ ਅਸੀਂ ਡਾਲਡੇ ਵਾਲਾ ਕੀ ਕਹਿੰਦੇ ਆ? ਇਟ ਇਜ਼ ਹਾਈਡਰੋਜੀਨੇਟਡ। ਕਿਸੇ ਨੂੰ ਕਹਿਣਾ ਕਿ ਬਈ ਤੂੰ ਜਲੇਬੀਆਂ ਮੈਨੂੰ ਡਾਲਡੇ 'ਚ ਨਾ ਤਲ ਕੇ ਦੇ, ਦੇਸੀ ਘਿਓ 'ਚ ਤਲ ਕੇ ਦੇ, ਕੀ ਫਰਕ ਆ? ਉਹ ਕਹੂਗਾ ਜੀ ਉਹ 90 ਰੁਪਏ ਦੀਆਂ, ਉਹ 150 ਰੁਪਏ ਦੀਆਂ। ਉਹ 90 ਰੁਪਏ 'ਚ ਵੀ ਮਰਨਾ ਹੈ, 150 ਰੁਪਏ 'ਚ ਵੀ ਮਰਨਾ ਹੈ, ਠੀਕ ਆ। ਤਾਂ ਫਿਰ ਤੁਸੀਂ 90 ਰੁਪਏ ਵਾਲੀਆਂ ਜਲੇਬੀਆਂ ਖਾ ਕੇ ਮਰੋ, ਉਹ ਜ਼ਿਆਦਾ ਵਧੀਆ ਹੈ। ਘੱਟੋ ਘੱਟ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਟਰਾਂਸ ਫੈਟ ਤੇ ਸੈਚੂਰੇਟਡ ਫੈਟ ਆਲਮੋਸਟ ਸਾਡੇ ਵਾਸਤੇ ਬਿਲਕੁਲ ਖਤਰਾ ਹੈ। ਅਸੀਂ ਕੀ ਕਰਦੇ ਹਾਂ, ਜਿਹੜੇ ਸਮੋਸੇ ਸਾਨੂੰ ਤਲੇ ਹੋਏ ਬਾਜ਼ਾਰ 'ਚ ਮਿਲਦੇ ਆ ਉਹ ਬਹੁਤ ਜ਼ਿਆਦਾ ਹਾਈਡਰੋਜੀਨੇਟਡ ਤੇਲ 'ਚ ਤਲੇ ਹੁੰਦੇ ਆ। ਕੋਈ ਤੁਹਾਨੂੰ ਅਨਸੈਚੂਰੇਟਡ ਤੇਲ ਦੇ ਵਿੱਚ ਸਮੋਸੇ ਤਲ ਕੇ ਦਊਗਾ ਤੇ ਉਹਦੀ ਮਾਰਕੀਟ ਵੈਸੇ ਘਟ ਜੂਗੀ, ਉਹਦੇ ਸਮੋਸਿਆਂ 'ਚੋਂ ਵੈਸੇ ਹੀ ਸਮੈਲ ਆਉਣੀ ਸ਼ੁਰੂ ਹੋ ਜੂਗੀ। ਇਸ ਕਰਕੇ ਹਰ ਕੋਈ ਪ੍ਰੈਫਰ ਕਰਦਾ, ਦੁਕਾਨਦਾਰ, ਕਿ ਕੋਈ ਵੀ ਚੀਜ਼ ਸਾਨੂੰ ਜਿਹੜੀ ਤਲ ਕੇ ਦੇਵੇ, ਆਹ ਤਾਂ ਵੈਸੇ ਹੀ ਕਾਸਟਲੀ ਹੁੰਦੇ ਆ ਪ੍ਰੋਡਕਟ, ਕੋਈ ਵੀ ਚੀਜ਼ ਤਲ ਕੇ ਦੇਵੇ ਉਹ ਹਾਈਡਰੋਜੀਨੇਟਡ ਵੈਜੀਟੇਬਲ ਆਇਲ। ਹਾਈਡਰੋਜੀਨੇਟਡ ਵੈਜੀਟੇਬਲ ਆਇਲ ਦਾ ਮਤਲਬ ਹੁੰਦਾ ਵੈਜੀਟੇਬਲ ਘੀ। ਜਦੋਂ ਵੈਜੀਟੇਬਲ ਆਇਲ 'ਚ ਹਾਈਡਰੋਜੀਨੇਸ਼ਨ ਕਰ ਦੋਗੇ ਤਾਂ ਵੈਜੀਟੇਬਲ ਘੀ ਬਣ ਜਾਊਗਾ, ਠੀਕ ਆ। ਸਾਡੇ ਕਿਹੜੀਆਂ ਚੀਜ਼ਾਂ ਇਹਨਾਂ 'ਚ ਬਣੀਆਂ ਹੋਈਆਂ ਆਉਂਦੀਆਂ ਹੈ। ਜਿੰਨੇ ਸਾਡੇ ਫਰੋਜ਼ਨ ਪ੍ਰੋਡਕਟ ਆ ਸੋਚ ਕੇ ਦੇਖੋ, ਉਹ ਇੰਨਾ ਚਿਰ ਫਰੋਜ਼ਨ 'ਚ ਪਏ ਰਹਿੰਦੇ ਆ, ਕੋਈ ਸਮੈਲ ਨਹੀਂ ਆਉਂਦੀ, ਤੁਸੀਂ ਉਹਨਾਂ ਨੂੰ ਦੁਬਾਰਾ ਤਲਦੇ ਹੋ ਤਾਂ ਉਹ ਸਿਰਫ ਇਸ ਕਰਕੇ ਨਹੀਂ ਖਰਾਬ ਹੁੰਦੇ ਕਿਉਂਕਿ ਉਹ ਕਿਹਦੇ 'ਚ ਬਣੇ ਹੋਏ ਆ? ਜੋ ਵੀ ਉਹਦਾ ਹਾਫ ਫਰਾਈ ਜਾਂ ਜੋ ਵੀ ਹੋਇਆ ਉਹ ਹਾਈਡਰੋਜੀਨੇਟਡ ਵੈਜੀਟੇਬਲ ਆਇਲ, ਜਿਹਨੂੰ ਅਸੀਂ ਵੈਜੀਟੇਬਲ ਘੀ ਜਾਂ ਟਰਾਂਸ ਫੈਟ ਦੇ ਵਿੱਚ ਬਣੇ ਹੋਏ ਆ। ਸਾਡੇ ਜਿੰਨੇ ਵੀ ਪ੍ਰੋਡਕਟ ਕੀ ਹੁੰਦੇ, ਜਿਹੜੇ ਪੈਕਟਾਂ 'ਚ ਹੁੰਦੇ ਆ, ਆਲੂ ਦੇ ਕੀ ਹੁੰਦੇ ਆ, ਚਿਪਸ, ਲੇਜ਼ ਵਗੈਰਾ, ਸਭ ਟਰਾਂਸ ਫੈਟਸ ਨਾਲ ਭਰੇ ਹੋਏ ਆ। ਸਾਡੇ ਦੇਸ਼ 'ਚ ਸਾਡਾ ਦੇਸ਼ ਛੱਡੋ, ਗਲੋਬਲੀ ਦੁਨੀਆ ਦੇ ਜਿੰਨੇ ਡਿਵੈਲਪ ਕੰਟਰੀਜ਼ ਆ ਉਹ ਟਰਾਂਸ ਫੈਟਸ ਦਾ ਜ਼ਿਆਦਾ ਸ਼ਿਕਾਰ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਉਦੋਂ ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੁੰਦਾ ਜਦੋਂ ਅਮੀਰ ਦੀ ਮੌਤ ਆਉਂਦੀ ਆ। ਸੋ ਅਮੀਰਾਂ ਦੀ ਮੌਤ ਕਰਕੇ ਟਰਾਂਸ ਫੈਟਸ ਦੁਨੀਆ ਦੀ ਸਭ ਤੋਂ ਗੰਭੀਰ, ਗਰੀਬ ਤਾਂ ਭਾਵੇਂ ਉੱਥੇ ਜ਼ਾਈਕਾ ਵਾਇਰਸ ਨਾਲ, ਅਬੋਲਾ ਵਾਇਰਸ ਨਾਲ, ਏਡਜ਼ ਨਾਲ ਅਫਰੀਕਾ 'ਚ ਮਰੀ ਜਾਣ ਤਾਂ ਕੋਈ ਬਾਹਲੀ ਪ੍ਰੋਬਲਮ ਨਹੀਂ। ਪਿੱਛੇ ਜੇ ਇੱਕ ਨਾ YouTube 'ਤੇ ਇੱਕ ਬੜੀ ਵੀਡੀਓ ਵਾਇਰਲ ਹੋਈ ਸੀਗੀ ਕਿ ਯੂਕਰੇਨ ਰਸ਼ੀਆ ਕ੍ਰਾਈਸਿਸ ਜਿਹੜਾ ਹੈ ਨਾ ਉਹ ਬਹੁਤ ਚਿੰਤਾ ਦਾ ਵਿਸ਼ਾ ਹੈ ਪੂਰੀ ਦੁਨੀਆ ਵਾਸਤੇ, ਠੀਕ ਆ। ਤਾਂ ਮਤਲਬ ਕਿ ਇਹਨੂੰ ਆਪਾਂ ਇਸ ਟੈਨਸ਼ਨ 'ਚੋਂ ਕਿਵੇਂ ਕੱਢੀਏ ਦੁਨੀਆ ਨੂੰ। ਕਿਸੇ ਨੇ ਛੋਟੀ ਜਿਹੀ ਵੀਡੀਓ ਬਣਾਈ ਸੀ, ਕਮੇਡੀਅਨਸ ਨੇ, ਬਾਹਰਲੇ ਕਮੇਡੀਅਨ ਸੀ, ਕਹਿੰਦੇ ਤੁਹਾਨੂੰ ਇਹ ਵੱਡੀ ਸਮੱਸਿਆ ਵੱਡੀ ਲੱਗਣੀ ਨਹੀਂ, ਤੁਸੀਂ ਦੋ ਚੀਜ਼ਾਂ ਅਸਿਊਮ ਕਰੋ ਬਸ, ਕਿ ਜਿੱਥੇ ਰਸ਼ੀਆ ਹੈ ਉਹਦੀ ਜਗ੍ਹਾ 'ਤੇ ਅਮਰੀਕਾ ਹੈ, ਤੇ ਜਿੱਥੇ ਯੂਕਰੇਨ ਆ ਉਹਦੀ ਜਗ੍ਹਾ 'ਤੇ ਅਫਰੀਕਾ ਦਾ ਕੋਈ ਦੇਸ਼ ਆ ਜਾਂ ਮਿਡਲ ਈਸਟ ਆ, ਕੋਈ ਇਰਾਕ ਵਗੈਰਾ। ਤੁਹਾਨੂੰ ਐਂ ਲੱਗਣ ਲੱਗ ਪਊਗਾ ਕਿ ਇਹ ਕੋਈ ਲੜਾਈ ਨਹੀਂ ਚੱਲ ਰਹੀ, ਕਿਉਂਕਿ ਜਦੋਂ ਵੀ ਅਸੀਂ ਅਮਰੀਕਾ ਨੂੰ ਕਿਸੇ ਮਿਡਲ ਈਸਟ ਦੇ ਕੰਟਰੀ ਨਾਲ ਲੜਦੇ ਹੋਏ ਉਹਦੇ 'ਤੇ ਅਤਿਆਚਾਰ ਕਰਦੇ ਦੇਖਿਆ ਹੈ ਤਾਂ ਅਸੀਂ ਅੱਜ ਤੱਕ ਕੀ ਅਸਿਊਮ ਕਰਦੇ ਹਾਂ ਕਿ ਉਹ ਮਿਡਲ ਈਸਟ ਦੇ ਉਸ ਦੇਸ਼ 'ਚ ਕੋਈ ਬਹੁਤ ਤਗੜਾ ਡਿਕਟੇਟਰ ਆਇਆ ਸੀਗਾ, ਤਾਨਾਸ਼ਾਹ ਆਇਆ ਸੀ, ਤਾਂ ਉਸ ਤਾਨਾਸ਼ਾਹ ਨੂੰ ਖਤਮ ਕਰਨ 'ਚ ਅਮਰੀਕਾ ਦਾ ਰੋਲ ਸੀ। ਅਮਰੀਕਾ ਨੇ ਉੱਥੋਂ ਦੇ ਲੋਕਾਂ ਨੂੰ ਆਜ਼ਾਦੀ ਦਿਵਾਈ ਹੈ। ਅਸਲ 'ਚ ਐਵੇਂ ਦਾ ਕੁਛ ਨਹੀਂ, ਅਮਰੀਕਾ ਦੇ ਕੋਈ ਆਪਣੇ ਇੰਟਰਸਟ ਨੇ ਜਿਹੜੇ ਕਿਸੇ ਵੀ ਮਿਡਲ ਈਸਟ ਦੇ ਦੇਸ਼ 'ਤੇ ਉਹ ਹਮਲਾ ਕਰ ਦਿੰਦਾ ਸੀ, ਪਰ ਦੁਨੀਆ ਨੂੰ ਕੀ ਦਿਖਾਉਂਦਾ ਸੀ ਕਿ ਉੱਥੋਂ ਦੇ ਲੋਕ ਬੜੇ ਤੰਗ ਸੀ। ਤਾਂ ਦੁਨੀਆ ਦੇ ਵਿੱਚ ਦੇਖ ਲਓ, ਮਿਡਲ ਈਸਟ 'ਚ ਲੀਬੀਆ ਦੇ ਵਿੱਚ ਗਦਾਫੀ ਕਿਹੜਾ ਅੱਜ ਦਾ ਸੀਗਾ, ਤੇ ਗਦਾਫੀ ਨੂੰ ਮਾਰਿਆ, ਉੱਥੋਂ ਦੇ ਰਿਜ਼ਰਵਸ 'ਤੇ ਕੰਟਰੋਲ ਕਰਿਆ। ਉਸ ਤੋਂ ਪਹਿਲਾਂ ਸੀਰੀਆ ਨਾਲ ਆਹ ਕੁਛ ਕਰਿਆ, ਉਸ ਤੋਂ ਪਹਿਲਾਂ ਇਰਾਕ ਨਾਲ ਆਹ ਕੁਛ ਕਰਿਆ, ਤੇ ਅੱਜ ਉਹੀ ਅਮਰੀਕਾ ਦਾ ਕਲੇਸ਼ ਕਿਹਦੇ ਵਾਸਤੇ ਚੱਲ ਰਿਹਾ? ਈਰਾਨ ਨਾਲ। ਤਾਂ ਕਹਿੰਦੇ ਜੇ ਤੁਸੀਂ ਇਹ ਮੰਨ ਲਓਗੇ ਨਾ
कि रशिया की जगह तो अमरीका, लैट अस सपोज कि रशिया नहीं गा उत्थे अमरीका है, तो यूक्रेन नहीं गा उत्थे मिडल ईस्ट का कोई कंट्री आ, तुहानूं ऐ लगूगा कि कोई समस्या नहीं गी, ये नॉर्मल स्थिति आ। सो किसी भी चीज़ नूं इस तरीके नाल मतलब अज्यूम कर लो, क्योंकि जदों तक तुहानूं ऐ लगदा है कि समस्या अमीरां ते नहीं आउंदी, ठीक है, वो गरीबां की समस्या उदों तक कोई समस्या नहीं। पर जदों हुण यूक्रेन रशिया जिहड़ी लड़ाई आ वो दुनिया की चिंता इस करके बनी हुई है क्योंकि उहदे करके असर अमीरां ते पिया है। यूक्रेन रशिया की लड़ाई तो बाद रशिया ने अमीर देश यूरोप के देशों को तेल देना ते गैस देनी बंद करती। हुण दुनिया नूं लग रहा कि लड़ाई माड़ी चीज़ है। जदों भी दुनिया दे विच अमेरिका किते लड़ाई लड़दा है तो उन्होंने दूजे देश के अत्याचारों के खिलाफ अमेरिका की लड़ाई कह के पेश करके उन्होंने लड़ाई तो कहा ही नहीं जाता, वो तो अत्याचारों की आज़ादी कह देंगे आ। अज ट्रांसफैट्स दुनिया की सब तो वड्डा मुद्दा भी इस करके बनया क्योंकि अमीर देशों के लोग इहदा शिकार हो रहे हैं। क्यों हो रहे हैं? हुण एक गल होर, ये ट्रांसफैट्स किवें बनते हैं? जिहड़ा भी असीं अपना अनसैचुरेटेड तेल जिहड़ा है उहनूं जदों आपां यूज़ करते हैं, देखो अनसैचुरेटेड तेल आपां यूज़ कर लिया, जदों आपां किसी भी तेल नूं दोबारा फ्राई करने लई वरतांगे तो वह अपना ट्रांसफैट बन जाता है। दूजी बार जो आप किसी फ्राइड तेल नूं वरतते हैं ना, सो इस करके कभी भी जिस तेल च तुसीं एक बार कोई चीज़ बनाई आ, हुण सब तो वड्डी समस्या साडे डिवेलपिंग कंट्रीज़ च की है, साडियां सरकारां कोशिश नहीं करदियां। पर तुहानूं पता जदों भी किसी पर्टिकुलर पटियाले के शहर के 90% वड्डे रेस्टोरेंट, टॉप के रेस्टोरेंट, ठीक है, देखो पटियाले 'च ही तुसीं रहना, इत्थे ही मैं किसी का नाम लऊँगा तुसीं रोटी खाणों जाओगे, ठीक है। सो मैं ये कहना चाहुंदा कि इत्थों बहुत सारे रेस्टोरेंट्स जिहड़े अज तो 3-4 साल पहलां होई फसाई दी रेट च किहड़े चक्कर च फसे सीगे कि 90% रेस्टोरेंटां दे विच किहड़ा तेल वरतिया जा रहा सी जिहड़ा विआह शादियां ते बचदा तेल, ठीक है। एक मुद्दा तो मैं हजे डिस्कस ही नहीं किया कि उत्थे वो तेल च मच्छी फ्राई हुई है कि पकौड़े, ये तो पता ही नहीं, ठीक है, ये तो मसला ही नहीं। वैसे भी जे कोई वैजीटेरियन आ तो उन्होंने दस्सिया ही नहीं गया कि ये तेल जिहड़ा है ये मच्छी वाला है कि पकौड़े वाला है, तो ਉਹਦਾ ਜਿਹੜਾ ਅੰਦਰਲਾ ਧਰਮ ਆ ਉਹ ਭ੍ਰਸ਼ਟ ਨਹੀਂ ਹੁੰਦਾ। ਇਹ ਮੈਂ ਮੰਨ ਕੇ ਚੱਲਦਾ ਐਵੇਂ ਕਿ ਉਹਦਾ ਤਾਂ ਭ੍ਰਸ਼ਟ ਹੋਊਗਾ ਨਾ ਜੇ ਉਹਨੂੰ ਇੰਟੈਂਸ਼ਨਲੀ ਉਹਨੇ ਉਹ ਚੀਜ਼ ਇਨਟੇਕ ਕੀਤੀ ਆ। ਮੈਂ ਤਾਂ ਇਸ ਮਸਲੇ ਤੇ ਪੈ ਹੀ ਨਹੀਂ ਰਿਹਾ, ਮੇਰਾ ਮਸਲਾ ਤਾਂ ਇਸ ਤੋਂ ਵੀ ਵੱਧ ਗੰਭੀਰ ਆ ਕਿ ਜਿਹੜੇ ਤੇਲ ਨੂੰ ਉਹ ਦੁਬਾਰਾ ਆਪਣਾ ਤੜਕਾ ਲਾਉਣ ਲਈ ਯੂਜ਼ ਕਰ ਰਹੇ ਆ ਉਹ ਹੁਣ ਕੋਈ ਸੈਚੂਰੇਟਡ ਜਾਂ ਅਨਸੈਚੂਰੇਟਡ ਨਹੀਂਗਾ। दूजी बार रीफ्राई ते डीप फ्राई ते वो ट्रांसफैट का रूप अख्तियार कर गया। तो ही जोड़े साडे फ्रोजन प्रोडक्ट होंदे आ जो डीप फ्राई होंदे आ, डबल फ्राई होंदे आ तो ट्रांसफैट बनते हैं। सो कदे भी फ्रोजन चीज़ां स्पैशली जां पैक्ड चीज़ां जिहड़ियां कि समैल तो रहित होंदियां इहदा मतलब वो किसी ना किसी ट्रांसफैट च फ्राई करियां गईयां, जां डबल फ्राई जो कोई चीज़ होंदी है दूजी बार किसी तेल च कोई चीज़ फ्राई होंदी है तो वो ट्रांसफैट बनती है। सो इहो जे ट्रांसफैट जिहड़े आ साडे वास्ते बड़े खतरनाक ने। इंडिया का कंसर्न ये आ कि जिस तरीके की कम्यूनिटी इंडिया की रही है, भारत सरकार ने 2018 च एक कमिटमेंट की सी कि असीं लोकां दे भोजन चों ये ट्रांसफैट कढ दांगे। वो साडे इंडियंस की समस्या कल्ली ट्रांसफैट नहीं गी, साडे इंडियंस की समस्या ट्रांसफैट के नाल नाल सैचूरेटेड फैट भी है, जिन्हों साडे देश की एक बहुत वड्डी लॉबी स्पैशली साडी पेरेंट्स ते उस तो उपरली क्लास जिहड़ी आ इन्हां चों बहुत सारे सैचूरेटेड फैट्स दे नूं ये कह के जस्टिफाई कर चुकी है कि ये साडी सेहत लई चंगे हुंदे आ। ये उदों ही साडी सेहत वास्ते चंगे आ जदों इन्हां नूं एक्सरसाइज के थ्रू बर्न कर लिया जाए, उस तो बिना साडे वास्ते खतरनाक आ। हाँ 2022 या 2023 च एक नवीं सर्च आ रही है जिहड़ी देसी घ्यो ते ये प्रूफ करने की कोशिश कर रही है तो शायद वो चीज़ हौली हौली प्रूफ हो जाए कि देसी घ्यो च कुछ एसिड्स ने ਜਿਹੜੇ ਸਾਡੇ ਸਰੀਰ ਦੇ ਅੰਦਰ ਇਨਫਲੇਮੇਸ਼ਨ ਜਲਣ ਨੂੰ ਖਤਮ ਕਰਦੇ ਆ। ਮਤਲਬ ਇੱਕ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਸ਼ਾਇਦ ਦੇਸੀ ਘਿਓ ਇੱਕ ਅਜਿਹਾ ਪ੍ਰੋਡਕਟ ਆ, ਅੱਜ ਬਹੁਤ ਸਾਰੇ डाइटिशियन हजे इस सर्च के पूरे होने तो पहले ही ये दावा कर रहे हैं कि देसी घ्यो नूं आपां इस कैटेगरी च नहीं रख सकते। देसी घ्यो जिहड़ा है गुड कोलैस्ट्रोल का सोर्स भी है, देसी घ्यो च बहुत इनफ्लेमेशन वाले एसिड्स भी ने जिहड़े एंटी इनफ्लेमेशन जिहड़े कि जलन के खिलाफ काम करते हैं, चाहे कोई सट के रूप च जलन, चाहे शरीर के अंदर कोई ऑर्गन जिहड़ा है वो जल रहा है, किसी भी तरीके की जलन आ। पर मैं उस बहस नहीं पैना चाहता, मैं तो जस्ट तुहानूं दसना चाहना कि अनसैचूरेटेड ते सैचूरेटेड तो बाद एक तीसरी समस्या है जिहड़ी बहुते तौर पर इंडिया वर्गे देश च भी खतरनाक आ। तुसीं कहोगे इंडिया च ट्रांसफैट्स का चलन बहुत घट आ, वजह
ਇੰਡੀਆ 'ਚ ਫਰੋਜ਼ਨ ਜਿਹੜੇ ਉਹਨੇ ਪ੍ਰੋਡਕਟਸ ਨੇ ਫਰਾਈ ਕਰਕੇ ਘੱਟ ਹੀ ਖਾਧੇ ਜਾਂਦੇ ਆ। ਕਿੰਨੇ ਕੁ ਲੋਕਾਂ ਨੂੰ ਅਸੀਂ ਦੇਖਿਆ ਕਿ ਬਈ ਅਸੀਂ ਘਰੇ ਫਰੋਜ਼ਨ ਪ੍ਰੋਡਕਟ ਲੈ ਕੇ ਆਏ ਆ ਤੇ ਉਹਨਾਂ ਨੂੰ ਫਰਾਈ ਕਰਕੇ ਦੁਬਾਰਾ ਖਾ ਰਹੇ ਆ। ਪਰ ਦੋਹਰੀ ਵਾਰ ਇੱਕ ਤੇਲ 'ਚ ਕਿਸੇ ਚੀਜ਼ ਨੂੰ ਫਰਾਈ ਕਰਨਾ, ਉਹ ਵੀ ਟਰਾਂਸ ਫੈਟਸ ਆ, ਉਹਦਾ ਇੰਡੀਅਨਸ ਬਹੁਤ ਸ਼ਿਕਾਰ ਆ, ਚਾਹੇ ਭਟੂਰੇ ਹੋਏ ਚਾਹੇ ਉਹ ਸਮੋਸੇ ਹੋਏ। ਸੋ ਇੰਡੀਆ ਦੇ ਵਿੱਚ ਟਰਾਂਸ ਫੈਟਸ ਦੀ ਇੱਕ ਵੱਖਰੀ ਲੌਬੀ ਆ, ਉਹਨਾਂ ਨੂੰ ਕੰਜ਼ਿਊਮ ਕਰਨ ਵਾਲੀ, ਜਿਹੜੀ ਕਿ ਆਮ ਜਨਤਾ ਹੈ। ਅਮਰੀਕਾ ਦੇ ਵਿੱਚ ਟਰਾਂਸ ਫੈਟਸ ਕਿਸੇ ਹੋਰ ਤਰੀਕੇ ਨਾਲ ਇਨਟੇਕ ਹੁੰਦੇ ਆ। ਉੱਥੇ ਆ ਬਰਗਰਸ, ਪੈਕਡ ਫੂਡਸ ਜਿਹੜੇ ਆ ਉਹਦੇ ਰੂਪ 'ਚ ਟਰਾਂਸ ਫੈਟਸ। ਸੁਸਾਇਟੀ ਜਿਹੜੀ ਮਰਜ਼ੀ ਲੈ ਲਓ, ਅਮੀਰ ਲੈ ਲਓ, ਗਰੀਬ ਲੈ ਲਓ, ਟਰਾਂਸ ਫੈਟਸ ਦਾ ਸ਼ਿਕਾਰ ਬਹੁਤ ਨੇ। ਐਗਜ਼ਾਮਪਲ ਦਿੰਦਾ, ਆਸਟ੍ਰੇਲੀਆ 'ਚ ਟਰਾਂਸ ਫੈਟਸ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਅਸੀਂ ਹੈਲਦੀ ਸਟੇਟ ਕਹਿੰਦੇ ਆ, ਕਮਿਊਨਿਟੀ ਕਹਿੰਦੇ ਆ, ਉੱਥੇ ਟਰਾਂਸ ਫੈਟਸ ਦੇ ਮਰੀਜ਼ ਬਹੁਤ ਆ। ਦੂਜੇ ਪਾਸੇ ਪਾਕਿਸਤਾਨ 'ਚ ਬਹੁਤ ਆ। ਪਾਕਿਸਤਾਨ ਦੇ ਵਿੱਚ ਤਾਂ ਤੁਸੀਂ ਇਹ ਸਮਝ ਲਓ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਚੀਜ਼ ਜਿਹੜੀ ਆ ਡੀਪ ਫਰਾਈ ਕਰਕੇ ਖਾਈ ਜਾਂਦੀ ਆ। ਪੰਜਾਬ ਦੇ ਵਿੱਚ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਆ, ਹਜੇ ਉਹ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਆ। ਠੀਕ ਆ, ਪੰਜਾਬ ਦੇ ਵਿੱਚ ਸ਼ਹਿਰਾਂ 'ਚ ਬਹੁਤ ਸਾਰੀਆਂ ਕਮਿਊਨਿਟੀਜ਼ ਇਹੋ ਜਿਹੀਆਂ ਹੈ ਜਿਹੜੀਆਂ ਰੋਟੀ ਨੂੰ ਰੋਟੀ ਦੇ ਰੂਪ 'ਚ ਨਹੀਂ, ਉਹਦੇ ਕੀ ਹੁੰਦੀਆਂ, ਉਹਦੀ ਉਹ ਪੂੜੀਆਂ ਦੇ ਰੂਪ 'ਚ, ਮਤਲਬ ਕਿ ਰੋਟੀ ਨੂੰ ਇੰਨਾ ਜ਼ਿਆਦਾ ਡੀਪ ਫਰਾਈ ਕਰਕੇ ਖਾਂਦੇ ਆ ਕਿ ਉਹ ਸਾਰਾ ਸਾਡੇ ਸਰੀਰ ਦੇ ਵਿੱਚ ਜਾਂ ਤਾਂ ਸੈਚੂਰੇਟਡ ਫੈਟ ਵੱਧ ਰਿਹਾ ਹੈ ਤੇ ਜਾਂ ਕਿਹੜਾ ਫੈਟ ਵੱਧ ਰਿਹਾ ਹੈ, ਟਰਾਂਸ ਫੈਟ। ਦੋਵਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਇਹ ਨੈਚੁਰਲ ਪ੍ਰੋਡਕਟ ਨੇ। ਇਹ ਜਦੋਂ ਆਪਾਂ ਕਿਸੇ ਚੀਜ਼ ਨੂੰ ਫਰਾਈ ਕਰਦੇ ਹਾਂ ਉਸ ਤੋਂ ਬਾਅਦ ਆਹ ਚੀਜ਼ ਆ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਟਰਾਂਸ ਫੈਟਸ ਦੀ। ਸਾਡੇ ਜਿੰਨੇ ਫਾਸਟ ਫੂਡ ਆ, ਕੇਕਸ, ਪੇਸਟਰੀਜ਼, ਚਾਕਲੇਟ, ਡੀਪ ਫਰਾਈ ਫੂਡ, ਡਬਲ ਫਰਾਈ ਜਿਹੜੇ ਹੁੰਦੇ ਆ, ਦੋਹਰੀ ਵਾਰ ਜਿਹੜੀ ਚੀਜ਼ ਫਰਾਈ ਹੁੰਦੀ ਆ, ਇੱਕ ਵਾਰ ਫਰਾਈ ਕਰਕੇ ਜਦੋਂ ਦੋਹਰੀ ਵਾਰ ਆਪਾਂ ਉਹਨੂੰ ਕੱਢ ਕੇ ਪਾਉਂਦੇ ਆ, ਡੀਪ ਫਰਾਈ ਕਰਦੇ ਆ, ਉਹ ਟਰਾਂਸ ਫੈਟ ਆ। ਹੁਣ ਚਾਹੇ ਤੁਸੀਂ ਉਹਨਾਂ ਨੂੰ ਸਮੋਸਿਆਂ ਦੇ ਰੂਪ 'ਚ ਦੇਖ ਲਓ, ਕਿਸੇ ਵੀ ਚੀਜ਼ 'ਚ ਜਿਨ੍ਹਾਂ ਨੂੰ ਆਪਾਂ ਕੱਚੇ ਕਰਕੇ ਰੱਖ ਲੈਂਦੇ ਆ ਤੇ ਦੁਬਾਰਾ ਪੱਕੇ ਕਰਨ ਲੱਗੇ ਪਕਾਉਂਦੇ ਆ, ਉਹ ਸਾਰੇ ਫੂਡ ਜਿਹੜਾ ਹੈ ਉਹ ਟਰਾਂਸ ਫੈਟ ਆ। ਜਦੋਂ ਭਾਰਤ ਨੇ ਕਿਹਾ ਕਿ ਦੁਨੀਆ ਦੇ ਵਿੱਚ 2018 'ਚ ਇਹ ਗੱਲ ਹੋਈ ਸੀ ਕਿ 2023 ਦੇ ਅੰਤ ਤੱਕ ਆਪਾਂ ਆਪਣੇ ਫੂਡ ਦੇ ਵਿੱਚੋਂ ਟਰਾਂਸ ਫੈਟ ਨੂੰ ਸਿਰਫ 2% ਤੱਕ ਲਿਮਿਟ ਕਰ ਦਾਂਗੇ, ਤਾਂ ਭਾਰਤ ਨੇ ਕਿਹਾ ਸੀ 2023 ਨਹੀਂ, ਅਸੀਂ ਇਹ ਕੰਮ 2022 'ਚ ਹੀ ਕਰ ਦਾਂਗੇ। ਤਾਂ WHO ਦਾ ਆਪ ਹੀ ਹਾਸਾ ਨਿਕਲ ਗਿਆ ਕਿ ਬਈ ਤੁਸੀਂ ਇਹ ਚੀਜ਼ 2022 ਤੱਕ ਕਿਵੇਂ ਕਰ ਸਕਦੇ ਹੋ। ਤੁਸੀਂ ਆਪਣੇ ਦੇਸ਼ ਦੇ ਵਿੱਚ ਇੰਡਸਟਰੀਅਲ ਫੈਟ ਤਾਂ ਘਟਾ ਸਕਦੇ ਹੋ। ਕਿਵੇਂ? ਤੁਸੀਂ ਲੇਸ ਬੰਦ ਕਰਾ ਦੋਗੇ, ਬ੍ਰਾਂਡਡ ਕੰਪਨੀਆਂ ਨੂੰ ਬੰਦ ਕਰਾ ਦੋਗੇ, ਸਭ ਕੁਝ ਕਰਾ ਦੋਗੇ, ਜਿਹਦੇ ਨਾਲ ਬਰਗਰ ਕੇ ਇੰਡਸਟਰੀਅਲ ਟਰਾਂਸ ਫੈਟਸ ਜਿਹੜੇ ਆ ਉਹ ਤੁਹਾਡੇ ਤੁਸੀਂ ਕੰਟਰੋਲ ਕਰ ਲੋਗੇ। ਪਰ ਤੁਸੀਂ ਆਪਣੇ ਸਮੋਸਿਆਂ ਪਕੌੜਿਆਂ ਦਾ ਤੇ ਉਹਨਾਂ ਦਾ ਭਟੂਰਿਆਂ ਦਾ ਕੀ ਕਰੋਗੇ, ਜਿਹੜੇ ਤੁਹਾਡੇ ਦੇਸ਼ 'ਚ ਡੀਪ ਫਰਾਈ ਹੁੰਦੇ ਆ, ਉਹ ਵੀ ਤਾਂ। ਤੇ ਇਹ ਇੰਡੀਅਨ ਕਮਿਊਨਿਟੀ 'ਚੋਂ ਕੱਢਣੇ ਬਹੁਤ ਔਖੇ ਆ। ਸੋ ਇੰਡੀਆ ਦੇ ਵਿੱਚ ਹਜੇ ਵੀ 2022 ਲੰਘ ਗਿਆ ਤੇ ਅਸੀਂ ਟਰਾਂਸ ਫੈਟਸ ਨੂੰ 2% ਤੋਂ ਘੱਟ ਨਹੀਂ ਕਰ ਸਕੇ। 2023 ਦੇ ਹੀ ਜਨਵਰੀ ਦੇ ਵਿੱਚ ਫਿਰ WHO ਦੀ ਇੱਕ ਰਿਪੋਰਟ ਆਈ ਟਰਾਂਸ ਫੈਟਸ 'ਤੇ। ਸੋ ਉਹ ਰਿਪੋਰਟ ਵੀ ਆਪਾਂ ਪੜ੍ਹਨੀ ਆ, ਪਰ ਉਸ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਕਿ ਮੈਂ ਤੁਹਾਨੂੰ ਕੀ ਕਵਰ ਕਰਾਤਾ। ਸਭ ਤੋਂ ਪਹਿਲਾਂ ਮੈਂ ਫੈਟਸ ਦੱਸੇ ਆ, ਅਨਸੈਚੂਰੇਟਡ, ਸੈਚੂਰੇਟਡ ਤੇ ਟਰਾਂਸ ਫੈਟਸ। ਇਹ ਗੁੱਡ ਕੋਲੈਸਟਰੋਲ ਜਾਨੀ ਕਿ ਹਾਈ ਡੈਂਸਿਟੀ ਲਿਪੋਪ੍ਰੋਟੀਨਸ ਵਾਸਤੇ ਰਿਸਪੌਂਸੀਬਲ ਆ, ਤੇ ਇਹ ਦੋਵੇਂ ਲੋ ਡੈਂਸਿਟੀ ਲਿਪੋਪ੍ਰੋਟੀਨ, ਇਹਨੂੰ ਬੈਡ ਕੋਲੈਸਟਰੋਲ ਕਿਹਾ ਜਾਂਦਾ ਹੈ। ਸਾਡੇ ਸਰੀਰ ਦੀਆਂ ਆਰਟਰੀਜ਼ 'ਚ ਜੰਮ ਜਾਂਦਾ ਹੈ, ਠੀਕ ਆ, ਤੇ ਇਹ ਸਾਡੇ ਸਰੀਰ ਲਈ ਖਤਰਨਾਕ ਆ। ਇਹ ਖਤਰਨਾਕ ਆ, ਇਹ ਬਹੁਤ ਖਤਰਨਾਕ ਆ। ਇਹਨੂੰ ਲੈ ਕੇ ਸਭ ਤੋਂ ਵੱਡਾ ਕੰਸਰਨ ਆ, ਇਹ ਫਿਰ ਵੀ ਨੈਚੁਰਲ ਆ, ਇਹ ਬਹੁਤ ਵੱਡਾ ਕੰਸਰਨ ਆ ਸਾਡੇ ਵਾਸਤੇ, ਸਰੀਰ ਵਾਸਤੇ, ਠੀਕ ਆ। ਸੋ ਆਹ ਕਹਾਣੀ ਸਮਝਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਿਆ ਕਿ ਆਖਰ ਇਹ ਅਨਸੈਚੂਰੇਸ਼ਨ ਤੋਂ ਮਤਲਬ ਕਿ ਕੋਈ ਵੀ ਫੂਡ ਟਰਾਂਸ ਫੈਟ ਬਣਦਾ ਕਿਵੇਂ ਆ। ਇਹਦੇ 'ਚ ਜਿਹੜਾ ਵੈਜੀਟੇਬਲ ਘੀ ਆ, ਵੈਜੀਟੇਬਲ ਆਇਲ ਟਰਾਂਸ ਫੈਟ ਨਹੀਂਗਾ। ਵੈਜੀਟੇਬਲ ਆਇਲ ਜਦੋਂ ਹਾਈਡਰੋਜੀਨੇਟ ਹੁੰਦਾ ਹੈ ਤੇ ਵੈਜੀਟੇਬਲ ਘੀ ਬਣ ਜਾਂਦਾ ਹੈ। ਵੈਜੀਟੇਬਲ ਘੀ ਉਹ ਪ੍ਰੋਡਕਟ ਆ ਜਿਹੜਾ ਰੂਮ ਟੈਂਪਰੇਚਰ ਤੇ ਵੀ ਬਾਹਰ ਪਿਆ ਹੋਇਆ ਵੀ ਕੀ ਆ ਭਲਾ, ਸੋਲਿਡ ਫਾਰਮ 'ਚ ਆ। ਅਦਰਵਾਈਜ਼ ਵੈਜੀਟੇਬਲ ਆਇਲ ਜੇ ਕੋਈ ਬਾਹਰ ਪਿਆ ਹੋਵੇ ਕੋਈ ਤੇਲ, ਉਹ ਸੋਲਿਡ ਕਿਵੇਂ ਹੋ ਸਕਦਾ ਹੈ। ਉਹ ਵੈਜੀਟੇਬਲ ਘੀ ਆ ਜਿਹੜਾ ਹਾਈਡਰੋਜੀਨੇਟ ਹੋਇਆ ਹੁੰਦਾ ਤੇ ਉਹ ਬੜਾ ਨਾ ਉਸ ਤੋਂ ਬਾਅਦ ਇੱਕ ਫਲੂਇਡ ਜਾਂ ਥਿੱਕ ਜਿਹਾ ਫਲੂਇਡ ਬਣ ਜਾਂਦਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਟਰਾਂਸ ਫੈਟ ਆ। ਸੋ ਟਰਾਂਸ ਫੈਟਸ ਦੇ ਕਿਹੜੇ ਸੋਰਸ ਨੇ? ਆਹ ਤੁਹਾਡੇ ਸਾਹਮਣੇ ਬ੍ਰੇਕਫਾਸਟ ਪੇਸਟਰੀਜ਼, ਠੀਕ ਆ, ਫਰਾਈਡ ਫੂਡਸ, ਪਾਸਤਾ, ਬ੍ਰੈਡਸ, ਡੈਜ਼ਰਟਸ, ਸਾਲਟੀ ਸਨੈਕਸ। ਜਿੰਨੇ ਵੀ ਸਾਲਟੀ ਸਨੈਕਸ ਨੇ, ਸਭ ਤੋਂ ਵੱਧ ਪੰਜਾਬੀ 'ਚ ਇਹ ਕਹਿ ਲਓ ਕਿ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਇਹਦੇ 'ਚ ਸਾਰਾ ਕੁਝ ਲਿਖਿਆ ਹੋਇਆ, ਕ੍ਰੈਕਰਸ, ਪੌਪਕੌਰਨਸ, ਬੀਫ, ਜੋ ਵੀ ਕੁਛ ਆ, ਠੀਕ ਆ, ਜਿਨ੍ਹਾਂ ਨੂੰ ਘਿਓ 'ਚ ਤਲ ਕੇ ਬਣਾਇਆ ਜਾਂਦਾ ਹੈ, ਇਹ ਸਾਰੀਆਂ ਚੀਜ਼ਾਂ ਟਰਾਂਸ ਫੈਟਸ ਦਾ ਸ਼ਿਕਾਰ ਨੇ। ਕਿਉਂਕਿ ਇਹਨਾਂ ਨੂੰ ਜਿਸ ਤਰੀਕੇ ਨਾਲ ਜਿਹੜੇ ਵੀ ਆਪਣੇ ਪੌਪਕੌਰਨਸ ਨੇ, ਜਿਹੜੇ ਉਹਨਾਂ ਨੂੰ ਭੁੰਨਿਆ ਜਾਂਦਾ, ਜਿਹੜਾ ਫਰਾਈ ਮਤਲਬ ਕਿ ਉਹਨਾਂ ਨੂੰ ਸਾਲਟ ਦੇ ਨਾਲ ਜਿਹੜੇ ਉਹਦੇ 'ਚ ਆਇਲ 'ਚ ਜਾਂ ਘੀ 'ਚ ਭੁੰਨਿਆ ਜਾਂਦਾ, ਉਹ ਟਰਾਂਸ ਫੈਟ ਹੁੰਦੇ ਆ। ਜੇ ਉਹ ਕਿਸੇ ਆਇਲ ਨੂੰ ਯੂਜ਼ ਕਰਨ ਤਾਂ ਨੈਚੁਰਲ ਜੀ ਗੱਲ ਆ, 5 ਜਾਂ 10 ਮਿੰਟਾਂ ਬਾਅਦ ਉਹਨਾਂ 'ਚੋਂ ਸਮੈਲ ਆਉਣੀ ਸ਼ੁਰੂ ਹੋ ਜੇ।
ਤੁਸੀਂ ਜਿਹੜੇ ਪੌਪਕੌਰਨਸ ਫੁੱਲੇ ਹੋਏ ਖਾਂਦੇ ਹੋ, ਕਲਰਡ ਹੁੰਦੇ ਆ, ਜਿਨ੍ਹਾਂ 'ਚ ਥੋੜ੍ਹਾ ਜਿਹਾ ਸਾਲਟ ਅਤੇ ਉਹ ਆਇਲ ਦਾ ਮਿਕਸ ਹੁੰਦਾ, ਉਹ ਅਸਲ 'ਚ ਆਇਲ ਨਹੀਂ, ਉਹ ਇੱਕ ਘੀ ਹੁੰਦਾ ਹੈ, ਟਰਾਂਸ ਫੈਟ ਹੁੰਦੀ ਹੈ। ਅਤੇ ਉਹ ਸਾਡੇ ਵਾਸਤੇ ਕਿੰਨੇ ਕੁ ਖਤਰਨਾਕ ਆ ਉਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਦਾ। ਬਿਕੋਜ਼ ਕਈ ਵਾਰੀ ਨਾ ਸਾਨੂੰ ਐਂ ਲੱਗਦਾ ਹੁੰਦਾ ਕਿ ਇਹ ਚੀਜ਼ ਸਾਡੇ ਲਈ ਖਤਰਨਾਕ ਥੋੜ੍ਹਾ ਹੈ, ਇਹ ਤਾਂ ਫੁੱਲੇ ਆ, ਭੁੰਨ ਕੇ ਆ ਗਏ ਸਾਡੇ ਕੋਲ। ਸੋ ਬਿਲਕੁਲ ਜਿਹੜੀ ਚੀਜ਼ ਸਾਨੂੰ ਜਿਵੇਂ ਦੀ ਲੱਗਦੀ ਆ ਉਹ ਉਵੇਂ ਦੀ ਨਹੀਂ। ਕਈ ਚੀਜ਼ਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਢਾਹ ਲੈਂਦੇ ਹਾਂ ਕਿ ਇਹ ਜਸਟੀਫਾਈ ਕਰ ਦਿੰਦੇ ਕਿ ਇਹ ਤਾਂ ਹੈਲਦੀ ਆ, ਇਹ 'ਚ ਕੀ ਗਲਤ ਆ, ਪਰ ਸਾਫ਼ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਰੀਰ ਲਈ ਨੁਕਸਾਨਦਾਇਕ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ HDL ਅਤੇ LDL ਕੀ ਚੀਜ਼ ਆ, ਕੋਲੈਸਟਰੋਲ ਦੀ ਪੂਰੀ ਡਿਟੇਲ 'ਚ ਐਕਸਪਲੇਨੇਸ਼ਨ ਦੇਤੀ, ਠੀਕ ਆ। ਟਰਾਂਸ ਫੈਟਸ ਨੂੰ ਖਤਮ ਕਰਨ ਲਈ ਚੈਲੰਜ ਕੀ ਆ, ਟੇਸਟ, ਅਤੇ ਦੂਜਾ ਚੀਪ। ਇਹ ਤੀਜੀ ਗੱਲ, ਲੌਂਗ ਲਾਈਫ ਆਫ ਪ੍ਰੋਡਕਟ ਦੀ ਉਮਰ ਵੱਧ ਜਾਂਦੀ ਇਹਦੇ ਨਾਲ, ਸਮੈਲ ਨਹੀਂ ਆਉਂਦੀ, ਇਹਨੂੰ ਬਣਾਉਣਾ ਈਜ਼ੀ ਆ, ਸਸਤਾ ਹੈ, ਇਹਦੇ 'ਚ ਜਿਹੜਾ ਪ੍ਰੋਡਕਟ ਆ, ਠੀਕ ਆ, ਉਹ ਸਸਤਾ ਬਣਦਾ ਹੈ, ਉਹ ਸਾਫ਼ ਸੁਥਰਾ ਬਿਨਾਂ ਸਮੈਲ ਤੋਂ ਬਣਦਾ ਹੈ। ਅਤੇ ਤੀਸਰੀ ਚੀਜ਼ ਇਹ ਆ ਕਿ ਇਹ ਸਾਡੀ ਜ਼ਿੰਦਗੀ ਦਾ ਨੋਰਮਲੀ ਵੈਸੇ ਵੀ ਹਿੱਸਾ ਹੋ ਚੁੱਕਿਆ ਟੇਸਟ ਇਹਦਾ, ਜਿਹੜਾ ਕਿ ਹੋਰ ਕਿਸੇ ਚੀਜ਼ 'ਚ ਕ੍ਰੀਏਟ ਨਹੀਂ ਕੀਤਾ ਜਾ ਸਕਦਾ। ਇਹ ਕੁਛ ਚੀਜ਼ਾਂ ਨੇ ਟਰਾਂਸ ਫੈਟਸ ਦੀਆਂ ਸਰਵਿਸਿਜ਼ ਜੋ ਸਾਡੇ ਰੈਸਟੋਰੈਂਟਸ ਦੇ ਵਿੱਚ ਆ। ਸਾਨੂੰ ਜਿਹੜੀ ਸਾਡੀ ਸੰਸਥਾ ਹੈ, ਇੱਕ ਵਿਧਾਨਿਕ ਸੰਸਥਾ ਭਾਰਤ 'ਚ ਫੂਡ ਸੇਫਟੀ 'ਤੇ ਕੰਮ ਕਰਦੀ ਆ। 2006 ਦੇ ਵਿੱਚ ਇੱਕ ਸਟੈਚੂਟਰੀ ਬਾਡੀ ਬਣੀ ਸੀ, ਸਟੈਚੂਟਰੀ ਬਾਡੀ ਜਿਹੜੀ ਪਾਰਲੀਮੈਂਟ ਦੇ ਕਿਸੇ ਐਕਟ ਨਾਲ ਬਣੀ ਹੋਵੇ, ਉਹਨੂੰ ਅਸੀਂ ਵਿਧਾਨਿਕ ਸੰਸਥਾ ਕਹਿੰਦੇ ਆ, FSSAI, ਫੂਡ ਸੇਫਟੀ ਐਂਡ ਸਟੈਂਡਰਡਾਈਜੇਸ਼ਨ ਅਥਾਰਟੀ ਆਫ ਇੰਡੀਆ। ਉਹ ਇੱਕ ਸਟੈਚੂਟਰੀ ਬਾਡੀ ਆ ਜਿਹਦਾ ਬੇਸਿਕਲੀ ਕੰਮ ਸੀਗਾ ਭਾਰਤ ਦੇ ਵਿੱਚ ਫੂਡ ਸਟੈਂਡਰਡ ਸੈੱਟ ਕਰਨਾ। ਉਸ ਤੋਂ ਪਹਿਲਾਂ ਭਾਰਤ 'ਚ ਬੜੇ ਐਕਟ ਸੀਗੇ, ਮਿਲਕ ਅਡਲਟਰੇਸ਼ਨ ਐਕਟ, ਫਲਾਣਾ ਐਕਟ, ਆਹ ਐਕਟ, ਉਹ ਐਕਟ, ਫੂਡਸ ਨੂੰ ਲੈ ਕੇ, ਫੂਡ ਦੀ ਸੇਫਟੀ ਨੂੰ ਲੈ ਕੇ ਬਹੁਤ ਐਕਟ ਸੀ। ਮਿਲਕ ਦੀ ਸੇਫਟੀ ਨੂੰ ਲੈ ਕੇ ਅੱਡ ਐਕਟ, ਵਾਟਰ ਦੀ ਸੇਫਟੀ ਨੂੰ ਲੈ ਕੇ ਅੱਡ ਐਕਟ, ਮਿਨਰਲ ਵਾਟਰ ਨੂੰ ਲੈ ਕੇ, ਸਾਰੇ ਐਕਟਸ ਨੂੰ ਖਤਮ ਕਰਕੇ ਫਿਰ 2006 'ਚ ਇੱਕ ਕਾਨੂੰਨ ਪਾਸ ਕੀਤਾ ਗਿਆ, ਫੂਡ ਸੇਫਟੀ ਐਂਡ ਸਟੈਂਡਰਡਾਈਜੇਸ਼ਨ ਅਥਾਰਟੀ ਆਫ ਇੰਡੀਆ ਐਕਟ 2006। ਉਸ ਐਕਟ ਦੇ ਤਹਿਤ ਇੱਕ ਸੰਸਥਾ ਬਣਾਈ ਗਈ। ਉਸ ਸੰਸਥਾ 'ਚ ਇੱਕ ਚੇਅਰਮੈਨ, ਮੈਂਬਰ ਅਤੇ ਉਹਨੂੰ ਪਾਵਰ ਦਿੱਤੀ ਗਈ ਕਿ ਭਾਰਤ 'ਚ ਕਿਸੇ ਵੀ ਤਰੀਕੇ ਦੀ ਫੂਡ ਦੀ ਸੇਫਟੀ ਅਤੇ ਸਟੈਂਡਰਡਾਈਜੇਸ਼ਨ ਤੁਸੀਂ ਚੈੱਕ ਕਰਨੀ ਆ। ਫਸਾਈ ਵੀ ਵੱਖਰੇ ਸਮੇਂ 'ਤੇ ਆਪਣੇ ਛਾਪੇ ਮਾਰਦੀ ਆ। ਸਟੇਟ ਗੌਰਮੈਂਟਸ ਦੇ ਨਾਲ ਮਿਲ ਕੇ, ਸੂਬਾ ਸਰਕਾਰਾਂ ਨਾਲ ਕੋਆਰਡੀਨੇਟ ਕਰਕੇ ਹੋਟਲਾਂ 'ਤੇ ਇਨਕੁਆਇਰੀ ਛਾਪੇ ਪੈਂਦੇ ਆ, ਪਰ ਸਿਸਟਮ ਥੋੜ੍ਹਾ ਜਿਹਾ ਅਜੀਬ ਹੋਣ ਕਰਕੇ ਅਸੀਂ ਉਨੇ ਵਧੀਆ ਤਰੀਕੇ ਨਾਲ ਕਾਰਵਾਈ ਕਰ ਨਹੀਂ ਪਾਉਂਦੇ, ਠੀਕ ਆ। ਅਦਰਵਾਈਜ਼ ਕੰਸੈਪਟ ਕਲੀਅਰ ਹੋ ਗਿਆ ਨਾ ਹੁਣ ਕਿ ਸੈਚੂਰੇਟਡ ਵਰਸਿਸ ਅਨਸੈਚੂਰੇਟਡ ਵਰਸਿਸ ਟਰਾਂਸ ਫੈਟ ਕਹਾਣੀ ਕੀ ਆ। ਸੋ ਭਾਰਤ ਦੇ ਵਿੱਚ ਈਟ ਰਾਈਟ ਮੂਵਮੈਂਟ, ਸਵੱਛ ਭਾਰਤ ਯਾਤਰਾ ਅਤੇ ਹਾਰਟ ਅਟੈਕ ਰਿਵਾਈਂਡ, ਇਹ ਕੁਛ ਉਹ ਸੀਗੀਆਂ ਪਬਲਿਕ ਕੈਂਪੇਨਸ ਨਹੀਂ। ਜਿਵੇਂ ਹੁਣ ਸਪੋਜ਼ ਕਰੋ ਇੱਕ ਸੀਗੀ ਹਾਰਟ ਅਟੈਕ ਰਿਵਾਈਂਡ, ਇਹ 30 ਸੈਕਿੰਡ ਦੀ ਇੱਕ ਐਡ ਆ ਜਿਹੜੀ ਸੋਸ਼ਲ ਮੀਡੀਆ 'ਤੇ ਚਲਾਈ ਗਈ ਸੀ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਕੇ ਟਰਾਂਸ ਫੈਟਸ ਨੂੰ ਲੈ ਕੇ। ਸੋ ਇਸ ਤਰੀਕੇ ਦੀਆਂ ਕਈ ਐਡਸ ਜਿਹੜੀਆਂ ਨੇ, ਫੂਡ ਸਟੈਂਡਰਡਾਈਜ਼ ਅਥਾਰਟੀ ਨੇ ਵੀ ਇੱਕ ਕਮਿਟਮੈਂਟ ਕੀਤੀ ਸੀ ਕਿ ਅਸੀਂ 2% ਟਰਾਂਸ ਫੈਟਸ ਜਿਹੜੀ ਆ ਉਹ ਲੈ ਕੇ ਆਵਾਂਗੇ। ਪਰ ਓਬਵੀਅਸ ਜੀ ਗੱਲ ਆ ਕਿ ਟਰਾਂਸ ਫੈਟਸ ਨੂੰ ਘਟਾਉਣ ਵਾਸਤੇ ਸਭ ਤੋਂ ਵੱਡਾ ਉਪਰਾਲਾ ਸਖਤੀ ਨਹੀਂ ਕੀਤੀ ਜਾ ਸਕਦੀ। ਤੁਸੀਂ ਲੇਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਜਾਂ ਇਹਨਾਂ ਪ੍ਰੋਡਕਟਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਹੀਂ ਰੋਕ ਸਕਦੇ, ਤੁਸੀਂ ਲੋਕਾਂ ਨੂੰ ਅਵੇਅਰ ਕਰ ਸਕਦੇ ਹੋ, ਚਾਹੇ ਆਪਣੇ ਮਾਸ ਮੀਡੀਆ ਦੇ ਥਰੂ, ਚਾਹੇ ਸਕੂਲਾਂ ਦੇ ਲੈਕਚਰਸ ਦੇ ਥਰੂ। ਕਿਉਂਕਿ ਜੇ ਦੂਸਰੀ ਕਲਾਸ ਦੇ ਬੱਚੇ ਨੂੰ ਟਰਾਂਸ ਫੈਟ 'ਤੇ ਵਧੀਆ ਤਰੀਕੇ ਨਾਲ ਕਲੈਰੀਫਾਈ ਕਰ ਦਿੱਤਾ ਜਾਵੇ, ਸਾਇੰਸ ਉਹਦੇ 'ਚੋਂ ਕੱਢ ਕੇ ਉਹਨੂੰ ਵੈਸੇ ਦੱਸ ਦਿੱਤਾ ਜਾਵੇ, ਤਾਂ 5ਵੀਂ 6ਵੀਂ ਤੱਕ ਉਹ ਆਪ ਸਮਝਣਾ ਸ਼ੁਰੂ ਹੋ ਜਾਊਗਾ ਕਿ ਟਰਾਂਸ ਫੈਟਸ ਦੇ ਸਾਡੇ 'ਤੇ ਕੀ ਇੰਪੈਕਟ ਨੇ। ਸੋ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ। ਗਲੋਬਲ ਲੈਵਲ 'ਤੇ, ਵੈਸ਼ਵਿਕ ਪੱਧਰ 'ਤੇ WHO ਨੇ ਇੱਕ ਉਹ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਰਿਪਲੇਸ, ਜਿਹਦੇ 'ਚ ਉਹਨਾਂ ਨੇ 5-6 ਕੰਮ ਕੀਤੇ ਆ ਕਿ ਫੂਡ ਪ੍ਰੋਡਕਟਸ ਦੇ ਉੱਪਰ ਮੋਟਾ ਮੈਂਸ਼ਨ ਹੋਵੇ ਕਿ ਟਰਾਂਸ ਫੈਟ ਕਿੰਨਾ ਹੈ, ਟਰਾਂਸ ਫੈਟਸ ਦੇ ਕਿੰਨੇ ਨੁਕਸਾਨ ਆ, ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਸਰਕਾਰਾਂ ਮਿਲ ਕੇ ਪਾਲਿਸੀ ਬਣਾਉਣ, ਕਾਨੂੰਨ ਸਖਤ ਹੋਣ, ਉਹਨਾਂ ਦੀ ਕੰਪਲਾਇੰਸ ਹੋਵੇ। ਇਹ ਤਾਂ ਕਹਿਣ ਦੀਆਂ ਗੱਲਾਂ, WHO ਨੇ ਬਸ ਪੇਪਰ 'ਚ ਆ ਸਕਦਾ ਕਿ ਜਿਹੜਾ ਪ੍ਰੋਗਰਾਮ ਟਰਾਂਸ ਫੈਟਸ ਨੂੰ ਲੈ ਕੇ ਸ਼ੁਰੂ ਕੀਤਾ ਉਹ ਕੀ ਆ। ਆਹ ਗੱਲ ਸਮਝ ਆ ਗਈ। ਫਿਰ ਮੈਂ ਇਹ ਦੱਸ ਦਿੰਦਾ ਕਿ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ 'ਚ ਕੀ ਆ। ਤਾਂ ਇਹਦੇ 'ਚ ਰਿਪੋਰਟ 'ਚ ਬਸ ਇੱਕੋ ਗੱਲ ਡਰਨ ਵਾਲੀ ਆ ਕਿ ਇਹਦੇ 'ਚ ਇਹਨਾਂ ਨੇ ਰਿਪੋਰਟ 'ਚ ਇੱਕ ਨੰਬਰ ਦੱਸਿਆ ਹੈ ਕਿ ਕਿੰਨੇ ਲੱਖ ਲੋਕ ਜਿਹੜੇ ਆ ਉਹ ਇਹਦਾ ਸ਼ਿਕਾਰ ਹੋਏ ਆ। 5 ਬਿਲੀਅਨ ਲੋਕ ਜਿਹੜੇ ਆ ਉਹ ਇਸ ਟਰਾਂਸ ਫੈਟਸ ਦੇ ਇੰਪੈਕਟ 'ਚ ਨੇ ਕਿਸੇ ਤਰੀਕੇ ਨਾਲ, ਠੀਕ ਆ। 5 ਬਿਲੀਅਨ ਲੋਕ ਜਿਹੜੇ ਆ, ਮਤਲਬ 5000 ਮਿਲੀਅਨ ਲੋਕ ਆਪਾਂ ਕਹਿ ਸਕਦੇ ਹਾਂ ਜਿਹੜੇ ਇਹਦਾ ਸ਼ਿਕਾਰ ਨੇ। 50,000 ਲੱਖ ਇੰਨੇ ਲੋਕ ਇਹਦੇ ਸ਼ਿਕਾਰ ਨੇ। ਉਸ ਤੋਂ ਬਾਅਦ ਕਿਹੜੇ ਦੇਸ਼ ਜਿਹੜੇ ਆ ਉਹ ਮਤਲਬ, ਤੇ ਦੂਜੀ ਗੱਲ ਦੇਖੋ, ਤਕਰੀਬਨ ਤੁਸੀਂ ਮੰਨ ਕੇ ਚੱਲੋ 50 ਲੱਖ ਲੋਕਾਂ ਦੀ 1 ਸਾਲ ਦੇ ਵਿੱਚ ਡੈਥ ਹੋ ਜਾਂਦੀ ਆ ਹਰ ਸਾਲ। ਇਹ ਅੰਕੜਾ 50 ਲੱਖ ਲੋਕ ਇਸ ਦੁਨੀਆ ਤੋਂ ਸਿਰਫ ਟਰਾਂਸ ਫੈਟਸ ਦਾ ਸ਼ਿਕਾਰ ਹੋ ਕੇ ਚੱਲ ਜਾਂਦੇ ਆ। ਕੋਈ ਬਹੁਤ ਕਰੋਨਿਕ ਡਿਜ਼ੀਜ਼
ਦਿਲ ਨਾਲ ਸੰਬੰਧਿਤ ਬਿਮਾਰੀਆਂ ਜਾਂ ਸਟ੍ਰੋਕ ਇਹਦੇ ਮੁੱਖ ਕਾਰਨਾਂ ਚੋਂ ਆ। ਸਾਡੇ ਸਰੀਰ 'ਚ ਬੈਡ ਕੋਲੈਸਟਰੋਲ ਦਾ ਵੱਧ ਜਾਣਾ, ਆਰਟਰੀਜ਼ ਦਾ ਬਲੌਕ ਹੋ ਜਾਣਾ, ਜਾਂ ਹੋਰ ਸਰੀਰ ਦੇ ਵਿੱਚ ਬਲੌਕੇਜ ਕਰਕੇ ਇੱਕੋ ਦਮ ਪੰਪ ਦਾ ਹਾਰਟ ਦਾ ਫੇਲ ਹੋ ਜਾਣਾ। ਸੋ ਇਹ ਸਾਰੇ ਇਹਦੇ ਕਾਰਨਾਂ ਕਰਕੇ ਹੁੰਦਾ। ਸੋ ਇਹਦੇ ਵਾਸਤੇ ਕਿਹੜੇ ਕਿਹੜੇ ਦੇਸ਼ ਨੇ ਜਿਹੜੇ ਇਹਦੇ 'ਚ ਇਨਵੋਲਵਡ ਨੇ ਜਾਂ ਇਹਦੇ ਇੰਪੈਕਟ 'ਚ ਦੇਖੇ ਗਏ ਆ? ਆਸਟ੍ਰੇਲੀਆ, ਅਜ਼ਰਬਾਈਜਾਨ, ਇਜਿਪਟ, ਈਰਾਨ, ਪਾਕਿਸਤਾਨ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਿਰਫ ਵਿਕਾਸਸ਼ੀਲ ਦੇਸ਼ ਨੇ, ਡਿਵੈਲਪ ਕੰਟਰੀਜ਼ ਵੀ ਨੇ, ਡਿਵੈਲਪਿੰਗ ਕੰਟਰੀਜ਼ ਵੀ ਨੇ। ਸੋ ਇਹ ਦੇਸ਼ ਜਿਹੜੇ ਆ ਉਹ ਮਤਲਬ ਕਿ ਇਹਦਾ ਸਭ ਤੋਂ ਵੱਧ ਸ਼ਿਕਾਰ ਨੇ, ਤੇ ਜਿੱਥੇ ਕੋਈ ਰੂਲ ਰੈਗੂਲੇਸ਼ਨਸ ਵੀ ਪ੍ਰੋਪਰ ਹਜੇ ਇਹਨੂੰ ਲੈ ਕੇ ਹੈ ਨਹੀਂ। ਸੋ ਮੁੱਕ ਦੀ ਗੱਲ ਸਿਰਫ ਇਹ ਆ ਕਿ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਟਰਾਂਸ ਫੈਟਸ ਦੇ ਮਗਰ ਦੀ ਸਾਇੰਸ ਕੀ ਆ। WHO ਦੀ ਰਿਪੋਰਟ ਫਲਾਣਾ, ਇਹ ਤਾਂ ਕਰੰਟ ਅਫੇਅਰਸ ਦਾ ਇੱਕ ਟੌਪਿਕ ਜ਼ਰੂਰ ਸੀਗਾ, ਪਰ ਸਾਡੇ ਹੈਲਥ ਐਂਡ ਡਿਜ਼ੀਜ਼ ਦਾ ਇੱਕ ਟੌਪਿਕ ਹੋਰ ਕਵਰ ਹੋ ਗਿਆ। ਸੋ ਹੁਣ ਤੱਕ ਅਸੀਂ ਦੇਖੀਏ ਤਾਂ ਅਸੀਂ ਹੈਲਥ ਐਂਡ ਡਿਜ਼ੀਜ਼ ਜੋ ਸਾਇੰਸ ਟੈਕ ਦਾ ਸਾਡਾ ਫੋਲਡਰ ਆ ਉਹਦੇ 'ਚ ਹਰ ਇੱਕ ਉਹ ਚੀਜ਼ ਕਵਰ ਕੀਤੀ ਆ, ਤਾਂ ਜੋ ਸਾਡੇ ਪੇਪਰ ਕਿਸੇ ਵੀ ਪੇਪਰ 'ਚ ਹੋਵੇ ਯਾਰ। ਕਿਉਂਕਿ ਇੱਕ ਗੱਲ ਬੜੀ ਕਲੀਅਰ ਆ, ਜਦੋਂ ਤੁਸੀਂ ਤਿਆਰੀ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਦੇਖਦੇ ਕਿ ਮੈਂ ਕਿਹੜਾ ਪੇਪਰ ਦੇਣਾ ਹੈ। ਤੁਹਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਪੇਪਰ 'ਚ ਮੈਨੂੰ ਕੁਛ ਆਉਂਦਾ ਹੋਵੇ। ਸੋ ਕਦੇ ਵੀ ਜਦੋਂ ਤਿਆਰੀ ਕਰਦੇ ਹੋਏ ਇਸ ਚੀਜ਼ ਨੂੰ ਨਾ ਸੋਚਿਓ ਕਿ ਮੈਂ ਸਾਇੰਸ ਟੈਕ ਤਿਆਰ ਕਰਨੀ ਆ ਕਿ ਸਾਇੰਸ ਤਿਆਰ ਕਰਨੀ ਆ, ਜਿਹੜਾ ਪੇਪਰ ਮੈਂ ਦੇਣਾ ਉਹਦੇ 'ਚ ਆਉਣਾ ਹੈ ਕਿ ਨਹੀਂ ਆਉਣਾ। ਕੰਸੈਪਟ ਕਲੀਅਰ ਹੋਣਾ ਚਾਹੀਦਾ ਹੈ। ਹੁਣ ਜਦੋਂ ਮੈਂ ਇਹ ਕਹਿਤਾ ਕਿ ਆ ਇੱਕ ਕਰੰਟ ਅਫੇਅਰ ਸੀਗਾ, ਪਰ ਇਸ ਕਰੰਟ ਅਫੇਅਰਸ ਦੇ ਵਿੱਚ ਮੈਂ ਪੜ੍ਹਾਇਆ ਸੈਚੂਰੇਟਡ ਤੇ ਅਨਸੈਚੂਰੇਟਡ ਫੈਟ। ਪੇਪਰ 'ਚ ਕੀ ਪਤਾ ਕਿਹੜੇ ਪੇਪਰ 'ਚ ਸੈਚੂਰੇਟਡ ਤੇ ਅਨਸੈਚੂਰੇਟਡ ਫੈਟ ਦੇ ਵਿੱਚ ਫਰਕ ਪੁੱਛਿਆ ਜਾਵੇ। ਪੇਪਰ 'ਚ ਇਹਦੇ 'ਚ ਮੈਂ ਪੜ੍ਹਾਇਆ ਕੋਲੈਸਟਰੋਲ, ਗੁੱਡ ਕੋਲੈਸਟਰੋਲ ਤੇ ਬੈਡ ਕੋਲੈਸਟਰੋਲ, ਕੀ ਪਤਾ ਕਿੱਥੇ ਫਰਕ ਪੁੱਛਿਆ ਜਾਵੇ। ਠੀਕ ਆ। ਸੋ ਤੁਸੀਂ ਆਪਣੀ ਤਿਆਰੀ ਨੂੰ ਇਸ ਰੇਂਜ ਤੋਂ ਦਾਇਰੇ 'ਚੋਂ ਬਾਹਰ ਨਿਕਲ ਕੇ ਕਰੋ ਕਿ ਤੁਸੀਂ ਤਿਆਰੀ ਇਸ ਕਰਕੇ ਕਰਨੀ ਆ ਕਿ ਅਸੀਂ ਪਰਟੀਕੂਲਰ ਪੇਪਰ ਦੇਣਾ ਹੈ, ਕਿਉਂਕਿ ਫਿਰ ਉਹ ਪਰਟੀਕੂਲਰ ਪੇਪਰ ਵੀ ਸਕਿਪ ਹੋ ਜਾਂਦਾ ਹੈ ਤੇ ਅਗਲਾ ਵੀ ਕੋਈ ਪੇਪਰ ਆਪਣੀ ਰੇਂਜ 'ਚ ਨਹੀਂ ਰਹਿੰਦਾ। ਉਮੀਦ ਕਰਦਾ ਕਿ ਕਨਸੈਪਟ ਸਮਝ ਆ ਗਿਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ ਜੀ। ਠੀਕ।